सतनाम वाहिगुरु साहिब जीओ। हरख सोग जाकै नहीं, बैरी मीत समान। कहो नानक सुन रे मना, मुकत ताहे तै जान। हरख सोग जाकै नहीं, बैरी मीत समान। कहो नानक सुन रे मना, मुकत ताहे तै जान। पै काहूँ कौ देत नह, नह पै मानत आन। कहो नानक सुन रे मना, ज्ञानी ताहे बखान। पै काहूँ कौ देत नह, नह पै मानत आन। कहो नानक सुन रे मना, ज्ञानी ताहे बखान। वाहिगुरु जी का खालसा, वाहिगुरु जी की फतेह। गरीब नवाज सतगुरु सच्चे पातशाह, दीन दुनिया दे मालिक श्री गुरु ग्रंथ साहिब जी दी पावन चरण शरण विच जुड़ बैठे गुरु सवारे सतसंगी जनों, आप जी वड भागी हो। हजूर दे चरणों विच पहुँच के जीवन सफल कर रहे हो। गुरु तेग बहादुर साहब पातशाह जी दे 15 और 16 नंबर श्लोक आप जी ने सरवण कीते हन। इन्हां श्लोकां विच मुकत व्यक्ति दी परिभाषा है, जिस दे सारे बंधन दुख खत्म हो चुके हैं। बंधना तो रहत है, दुखा तो रहत है। ओही व्यक्ति मुक्त है, ओही व्यक्ति ज्ञानवान है। ये एक कमाई वाले पुरुष की दशा है, उहदे अंदर दा सुभाव है। कई बारी ये ज्ञान बाहरों भी सीखना पैंदा है कि वैरी ते मित्र नूं बराबर समझीदा है, इक्को जिहे ने। ये चीज़ बाहरों सीखी जाती, बाहरों समझी जाती, ये होर चीज़ है। पर एक सहज सुभाव अपने अंदरों ही इस तरह की गल फुटे, वो किवें बने? क्योंकि ये चीज़ां कल्लियां सीखण वालियां नहीं। ख्याल रखना, कल्ली सिक्ख्या नहीं धर्म, धर्म उपज है। सिक्ख्या दे अर्थ ने जो बाहरों पढ़ के सिख लईए ते दिमाग दा एक ज्ञान मंडल बन जाए, उहदे अनुसार फिर करन दा यतन करिए, उहदे अनुसार फिर बंदा तुरे। जिवें बाणी विच कई थावां ते आउंदा है, उस्तत निंदिया तो उच्चा उठिए। आपां कई वारी कहने आ, मेरी उस्तत ना कोई करे। ये भी आपां कह दिंदे आ, चलो मेरी निंदिया किसी ने कर दी, पर वो मजबूरी है साड़ी। ये कोई बाहरों सीखियां हुई चीज़ां नहीं कि दुश्मन नूं मित्र समझिए, दुख ते सुख इक्को जिहा लगन। जिवें कल शाम दे दीवान विच आपां विचारिया सी, लोभ मोह ते हंकार दी निवृत्ति हो जाए। ये तां साध संगत एक ऐसे मनुख दे अंदर दी अपने आप अंदर दे सुभाव बनदा, जदों वो नाम नाल जुड़ जाए
ਨਾਮ ਉਹਦੇ ਸੁਭਾਅ ਨੂੰ ਇਸ ਤਰ੍ਹਾਂ ਦਾ ਬਣਾ ਦਿੰਦਾ ਹੈ। ਜੇ ਉਹ ਚਾਹੇ ਵੀ ਕਿਸੇ ਦੇ ਨਾਲ ਕਿ ਮੈਂ ਕਿਸੇ ਨੂੰ ਧੋਖਾ ਦਿਆਂ ਤੇ ਉਹਦੇ ਅੰਦਰੋਂ ਇਹ ਵਿਚਾਰ ਉੱਠਦੇ ਹੀ ਨਹੀਂ। ਉਹਦਾ ਸੁਭਾਅ ਹੀ ਕੁਦਰਤੀ ਹੋ ਜਾਂਦਾ ਹੈ, ਉਹਦੀ ਆਤਮਾ ਇਜਾਜ਼ਤ ਹੀ ਨਹੀਂ ਦਿੰਦੀ। ਉਹਨੂੰ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕੀ ਨਿਸ਼ਾਨੀ ਹੈ ਕਿ ਵਿਅਕਤੀ ਮੁਕਤ ਹੈ। ਮੁਕਤ ਸ਼ਬਦ ਬੜੀ ਵਾਰੀ ਆਇਆ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਮੁਕਤ ਦਾ ਅਰਥ ਹੈ ਖੁੱਲਿਆ ਹੋਇਆ, ਜਿਹਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਰੱਸਾ ਨਹੀਂ ਪਿਆ, ਜਿਹਦੇ ਸਾਰੇ ਜੀਵਨ ਦੇ ਰਸਤੇ ਖੁੱਲੇ ਹੋਏ ਨੇ, ਗੁਲਾਮ ਨਹੀਂ ਹੈ, ਆਜ਼ਾਦ ਹੈ, ਬਿਲਕੁਲ ਕਿਹਦੇ ਤੋਂ ਆਜ਼ਾਦ ਹੈ, ਕਿਹੜੀ ਚੀਜ਼ ਤੋਂ ਆਜ਼ਾਦ ਹੈ। ਮਨ ਤੋਂ ਜਿਹਦੇ ਬੰਧਨ ਖੁੱਲ ਗਿਆ ਉਹਨੂੰ ਕਹਿੰਦੇ ਨੇ ਮੁਕਤ ਹੋ ਗਿਆ। ਕਿਉਂਕਿ ਅਸੀਂ ਸਾਰੇ ਬੰਧਨ ਵਿੱਚ ਹਾਂ, ਮਨ ਦੇ ਬੰਧਨਾਂ ਵਿੱਚ ਫਸੇ ਹਾਂ। ਜਿਵੇਂ ਜਿਵੇਂ ਮਨ ਨੇ ਰੱਸੀ ਪਾਈ ਉਹਦੇ ਅਨੁਸਾਰ ਅਸੀਂ ਤੁਰਦੇ ਜਾ ਰਹੇ ਹਾਂ। ਹਰ ਇੱਕ ਸਾਡੇ ਜੀਵਨ ਦੀ ਹਰਕਤ ਸਾਡੇ ਮਨ ਦੇ ਹੱਥ ਵਿੱਚ ਹੈ। ਮਨ ਨੇ ਸਾਡੇ ਹਰ ਇੱਕ ਜੀਵਨ ਦੇ ਪੱਖ ਨੂੰ ਰੱਸੀ ਪਾਈ ਹੋਈ, ਜਿੱਧਰ ਉਹ ਖਿੱਚਦਾ ਉਧਰ ਨੂੰ ਚਲੇ ਜਾਂਦੇ ਆ। ਇਹ ਕਹਿੰਦੇ ਨੇ ਇਹ ਵਿਅਕਤੀ ਮੁਕਤ ਨਹੀਂ ਹੈ। ਉਹਨਾਂ ਚਿਰ ਦੁਖੀ ਰਹੇਗਾ ਜਿੰਨਾ ਚਿਰ ਮੁਕਤ ਨਹੀਂ ਹੈ, ਜਿੰਨਾ ਚਿਰ ਮਨ ਦੀ ਗੁਲਾਮੀ ਵਿੱਚ ਜੀ ਰਿਹਾ। ਗੁਰੂ ਕਾ ਸ਼ਬਦ ਬੰਦੇ ਦੇ ਬੰਧਨ ਖੋਲਦਾ ਜਾਂਦਾ। ਸਭ ਤੋਂ ਪਹਿਲਾਂ ਤੇ ਕਈ ਪ੍ਰਕਾਰ ਦੇ ਬੰਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਹੇ ਨੇ। ਬੰਧਨ ਮਾਤ ਪਿਤਾ ਸੁਤ ਧੀਆ, ਇਹ ਵੀ ਸਾਰੇ ਬੰਧਨ ਨੇ, ਰੁਕਾਵਟਾਂ ਨੇ ਬੰਦੇ ਦੀਆਂ। ਇਹਨਾਂ ਦੇ ਵਿੱਚ ਫਸ ਕੇ ਵੀ ਬੰਦਾ ਬੰਦੀ ਵਿੱਚ ਪੈ ਜਾਂਦਾ। ਬੰਧਨ ਹੈ ਮਨੁੱਖ ਵਾਸਤੇ ਕਾਮ ਵਾਸ਼ਨਾ, ਉਹਦੇ ਵਿੱਚ ਫਸਿਆ ਰਹਿੰਦਾ ਹੈ। ਬੰਧਨ ਹੈ ਇਹਦੇ ਵਾਸਤੇ ਕ੍ਰੋਧ ਦੀ ਅਗਨੀ, ਉਹ ਵੀ ਇਸ ਨੂੰ ਬੰਦੀ ਬਣਾ ਕੇ ਰੱਖਦੀ। ਲੋਭ ਦੀ ਪ੍ਰਵਿਰਤੀ ਵਿੱਚ ਵੀ ਇਹ ਬੱਝਾ ਰਹਿੰਦਾ ਹੈ। ਇਸੇ ਤਰ੍ਹਾਂ ਮੋਹ, ਅਹੰਕਾਰ, ਈਰਖਾ, ਦਵੈਸ਼, ਨਿੰਦਿਆ ਦਾ ਰਸ, ਇਹ ਜਿੰਨੇ ਹਨ ਇੱਕ ਇੱਕ ਰੱਸੀ ਸਾਡੇ ਮਨ ਨੂੰ ਪਈ ਰਹਿੰਦੀ ਤੇ ਮਨ ਉਹਦੀ ਗੁਲਾਮੀ ਵਿੱਚ ਜਿਉਂਦਾ ਹੈ। ਪਰ ਜਿਹੜਾ ਮਨੁੱਖ ਰੱਬ ਦੇ ਪਿਆਰ ਵਿੱਚ ਚਲਾ ਗਿਆ, ਉਹਦੇ ਇਹ ਸਾਰੇ ਬੰਧਨ ਅਕਾਲ ਪੁਰਖ ਵਾਹਿਗੁਰੂ ਨੇ ਖੋਲ ਦਿੱਤੇ। ਹਜ਼ੂਰ ਦੇ ਬਚਨ ਆਉਂਦੇ ਨੇ ਕਿ ਬੰਧਨ ਤੋੜੈ ਹੋਵੈ ਮੁਕਤ, ਸੋਈ ਬ੍ਰਾਹਮਣ ਪੂਜਣ ਜੁਗਤ। ਅੰਦਰੋਂ ਬੰਧਨ ਟੁੱਟ ਗਏ, ਅੰਦਰੋਂ ਖਲਾਸ ਹੋ ਗਏ। ਸਤਿਗੁਰੂ ਨੇ ਹੋਰ ਥਾਵਾਂ ਤੇ ਬਚਨ ਕੀਤਾ, ਪਰ ਬੰਧਨ ਕੌਣ ਖੋਲੇ? ਜਿਹੜਾ ਆਪ ਖੁੱਲਿਆ ਹੋਇਆ। ਗੁਰੂ ਤੋਂ ਬਿਨਾ ਸਾਡੇ ਇਹ ਬੰਧਨ ਕਿਵੇਂ, ਦੁੱਖ ਕਿਵੇਂ ਟੁੱਟਣਗੇ? ਤਾਂ ਜਿਨ੍ਹਾਂ ਦੇ ਦੁੱਖ ਟੁੱਟੇ ਨੇ ਉਹਨਾਂ ਦੀ ਅਵਸਥਾ ਕੀ ਹੈ? ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਹਿੰਦੇ, ਹਰਖ ਸੋਗ ਜਾ ਕੈ ਨਹੀਂ। ਹਰਖ ਦਾ ਅਰਥ ਹੈ ਖੁਸ਼ੀ। ਖੁਸ਼ੀ ਦਾ ਉਹਦੇ ਜੀਵਨ ਵਿੱਚ ਕੋਈ ਲੇਪ ਨਹੀਂ। ਉਹਨੂੰ ਬਾਹਰੋਂ ਕਿਸੇ ਚੀਜ਼ ਦੁਆਰਾ, ਕਿਸੇ ਸਾਧਨ ਦੁਆਰਾ ਖੁਸ਼ੀ ਦੀ ਲੋੜ ਨਹੀਂ। ਆਪਣੇ ਆਪ ਹੀ ਖੁਸ਼ ਰਹਿੰਦਾ। ਇਹਦੇ ਅਰਥ ਇਹ ਨਾ ਸਮਝਣਾ ਵੀ ਧਾਰਮਿਕ ਬੰਦਾ ਉਦਾਸ ਹੈ, ਤਿਆਗੀ ਹੈ, ਸੋਗ ਵਿੱਚ ਰਹਿੰਦਾ ਹੈ। ਤਿਆਗ ਦਾ ਅਰਥ ਉਦਾਸੀ ਨਹੀਂ। ਇੱਥੇ ਕਹਿ ਰਹੇ ਨੇ ਉਹਨੂੰ ਖੁਸ਼ ਹੋਣ ਵਾਸਤੇ ਕਿਸੇ ਉਪਰਾਲੇ ਦੀ ਲੋੜ ਨਹੀਂ ਪੈਂਦੀ। ਜਿਵੇਂ ਅਸੀਂ ਯਤਨ ਕਰਦੇ ਰਹਿੰਦੇ ਹਾਂ ਨਾ, ਖੁਸ਼ ਹੋਣਾ ਹੈ, ਖੁਸ਼ੀ ਵਾਸਤੇ ਕੀ ਕੋਈ ਸਾਧਨ ਬਣਾਈਏ, ਕੋਈ ਅਖਬਾਰ, ਕੋਈ ਨਾਵਲ ਪੜ੍ਹੀਏ, ਕੋਈ ਸੀਰੀਅਲ ਦੇਖੀਏ, ਜਾਂ ਸਾਡੇ ਕੋਲ ਸਾਨੂੰ ਕੋਈ ਅਹੁਦਾ ਮਿਲੇ, ਚਾਰ ਸ਼ਬਦ ਸਾਡੀ ਕੋਈ ਵਡਿਆਈ ਦੇ ਕਵੇ ਤੇ ਸਾਡੀ ਖੁਸ਼ੀ ਕਾਇਮ ਰਵੇ। ਇਹ ਅਸੀਂ ਬਾਹਰੋਂ ਖੁਸ਼ੀ ਸਾਧਨਾ ਦੂਜਿਆਂ ਤੋਂ ਭੀਖ ਮੰਗਨੇ ਆ। ਖੁਸ਼ੀ ਦੀ ਬਾਹਰੋਂ ਮੰਗਿਆ ਜਾਂਦਾ, ਤੇ ਜਿਹੜੀ ਚੀਜ਼ ਦੂਜੇ ਦੇ ਹੱਥ ਵਿੱਚ ਦੂਸਰਿਆਂ ਤੋਂ ਲੈਣੀ ਹੈ, ਸਾਧ ਸੰਗਤ, ਉਹਦਾ ਕੀ ਪਤਾ ਕਿੱਦਣ ਖਤਮ ਹੋ ਜਾਏ। ਅਗਲਾ ਜਵਾਬ ਵੀ ਦੇ ਸਕਦਾ, ਜੇ ਕੋਈ ਦੂਸਰਾ ਮੇਰੀ ਉਸਤਤ ਕਰੇ ਤੇ ਤਾਂ ਮੈਂ ਖੁਸ਼ ਹੋਣਾ ਹੈ, ਤੇ ਉਹ ਖੁਸ਼ੀ ਦੂਜੇ ਦੇ ਹੱਥ ਵਿੱਚ ਹੈ। ਜੇ ਕੋਈ ਦੂਸਰਾ ਮੇਰੇ ਨਾਲ ਗੱਲ ਕਰੇ ਤੇ ਤਾਂ ਮੈਂ ਖੁਸ਼ ਹੋਣਾ, ਇਕੱਲਾ ਮੈਂ ਰਹਿ ਨਹੀਂ ਸਕਦਾ, ਤੇ ਫਿਰ ਇਹ ਖੁਸ਼ੀ ਉਹਦੇ ਹੱਥ ਵਿੱਚ ਹੈ। ਧਰਮੀ ਮਨੁੱਖ ਬ੍ਰਹਮ ਗਿਆਨੀ ਕਦੋਂ ਬਣਦਾ? ਨਿਸ਼ਾਨੀ ਕੀ ਉਹਦੀ? ਕਿ ਉਹ ਇਕੱਲਾ ਹੀ ਬਹੁਤ ਲੰਮੇ ਜੀਵਨ ਨੂੰ ਗੁਜ਼ਾਰ ਸਕਦਾ ਹੈ। ਇਸ ਧਰਤੀ ਦੇ ਉੱਤੇ ਭਾਵੇਂ ਇਕੱਲਾ ਹੀ ਰਹਿ ਜਾਏ, ਕੋਈ ਨਾ ਉਹਦੇ ਨਾਲ ਹੋਵੇ, ਬਿਲਕੁਲ ਇਕੱਲਾ, ਉਹ ਆਪਣੀ ਜ਼ਿੰਦਗੀ ਵਿੱਚ ਬੜੇ ਹੀ ਸਹਿਜ ਸ਼ਾਂਤ ਤਰੀਕੇ ਨਾਲ ਲੰਘਾ ਸਕਦਾ ਹੈ। ਜਿੰਨਾ ਚਿਰ ਸਾਨੂੰ ਬਾਹਰੋਂ ਦੂਜਿਆਂ ਦੀ ਲੋੜ ਰਹੇਗੀ,
ਉਹਨਾਂ ਚਿਰ ਸਾਡਾ ਦੁੱਖ ਨਹੀਂ ਮਿਟੇਗਾ, ਕਿਉਂਕਿ ਦੂਸਰੇ ਦੂਰ ਨੇ, ਉਹਨਾਂ ਤੋਂ ਕਿਵੇਂ ਸਾਨੂੰ ਸੁੱਖ ਪ੍ਰਾਪਤ ਹੋ ਸਕਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਿ ਮੁਕਤ ਵਿਅਕਤੀ ਉਹ ਹੈ ਜਿਹਦੀ ਜ਼ਿੰਦਗੀ ਦੇ ਵਿੱਚ ਹਰਖ ਦਾ ਕੋਈ ਪ੍ਰਭਾਵ ਨਹੀਂ, ਭਾਵ ਉਹ ਕਿਸੇ ਤੋਂ ਖੁਸ਼ੀ ਮੰਗਦਾ ਨਹੀਂ, ਉਹਦੇ ਅੰਦਰ ਰੱਬ ਦੇ ਪਿਆਰ ਦੀ ਖੁਸ਼ੀ ਆਪਣੇ ਆਪ ਬਣੀ ਰਹਿੰਦੀ, ਨਿਰੰਤਰ ਖੁਸ਼ ਰਹਿੰਦਾ, ਬੱਚੇ ਵਾਂਗ। ਜਿਵੇਂ ਬੱਚਾ ਕਿਸੇ ਪ੍ਰਾਪਤੀ ਤੋਂ ਬਿਨਾਂ ਹੀ ਖੁਸ਼ ਰਹਿੰਦਾ, ਅਕਾਰਨ, ਕੋਈ ਕਾਰਨ ਨਹੀਂ ਉਹਦਾ। ਜਿਹੜੀ ਚੀਜ਼ ਦਾ ਕਾਰਨ ਹੈ ਉਹ ਅਧੂਰੀ ਹੈ, ਜਿਹੜੀ ਆਪਣੇ ਆਪ ਨਹੀਂ। ਇਸ ਕਰਕੇ ਰੱਬ ਦੇ ਪਿਆਰਿਆਂ ਦੀ ਖੁਸ਼ੀ ਅਕਾਰਨ ਹੈ, ਉਹਨਾਂ ਦਾ ਸੁਭਾਅ ਹੀ ਖੁਸ਼ੀ ਵਿੱਚ ਭਰਿਆ ਰਹਿੰਦਾ, ਹਰਖ। ਉਹਨਾਂ ਨੂੰ ਫਿਰ ਕਿਸੇ ਬਾਹਰਲੇ ਹਰਖ ਦੀ, ਰੰਗ ਤਮਾਸ਼ੇ ਦੀ ਲੋੜ ਨਹੀਂ ਪੈਂਦੀ। ਤਾਂ ਹੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬੜੇ ਪਿਆਰੇ ਬਚਨ ਕਹਿੰਦੇ ਆਪਣੇ ਬਾਣੀ ਦੇ ਵਿੱਚ, ਇਸ ਖੁਸ਼ੀ ਦਾ ਜ਼ਿਕਰ ਕਰਦੇ ਹੋਏ ਉਚਾਰਨ ਕਰਦੇ ਨੇ ਸਤਿਗੁਰੂ, ਕਹਿਣ ਲੱਗੇ ਰੰਗ ਤਮਾਸ਼ਾ ਪੂਰਨ ਆਸਾ, ਕਬਹਿ ਨਾ ਵਿਆਪੈ ਚਿੰਤਾ। ਐਸੇ ਰੰਗ ਤਮਾਸ਼ੇ ਵਿੱਚ, ਐਸੇ ਮਨੋਰੰਜਨ ਵਿੱਚ ਜਿਉਂਦੇ ਨੇ ਕਿ ਉਹਨਾਂ ਨੂੰ ਬਾਹਰਲੇ ਕਿਸੇ ਮਨੋਰੰਜਨ ਦੀ ਕੋਈ ਪਰਵਾਹ ਨਹੀਂ ਰਹਿੰਦੀ, ਕੋਈ ਲੋੜ ਨਹੀਂ। ਇਸ ਲਈ ਉਹਨਾਂ ਨੂੰ ਅੰਦਰੋਂ ਵਿਕਾਸ ਮਿਲਿਆ। ਔਰ ਇਹ ਦੋ ਚੀਜ਼ਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਹੀਆਂ। ਸਾਹਿਬ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਬੜਾ ਪਿਆਰਾ ਇਹ ਫਿਕਰ ਹੈ, ਅਲਫਾਜ਼ ਹੈ ਗੁਰਬਾਣੀ ਦਾ। ਕਹਿਣ ਲੱਗੇ ਭਗਤੀ ਕੋਈ ਕਰੇ ਵਿਗਾਸ ਵਿੱਚ, ਖੁਸ਼ ਹੋ ਕੇ, ਸੰਤੁਸ਼ਟ ਹੋ ਕੇ, ਤ੍ਰਿਪਤ ਹੋ ਕੇ। ਇੱਕ ਤੇ ਤ੍ਰਿਪਤੀ ਅੰਦਰੋਂ ਮਿਲੇਗੀ, ਬਾਹਰੋਂ ਵੀ ਪਹਿਲਾਂ ਥੋੜਾ ਜਿਹਾ ਸੰਤੁਸ਼ਟੀ ਵਿੱਚ ਜਾਏ ਬੰਦਾ। ਨਾਨਕ ਭਗਤਾਂ ਸਦਾ ਵਿਗਾਸ, ਭਗਤੀ ਕਰੇ ਕੋਈ ਵਿਗਾਸ ਵਿੱਚ, ਖੁਸ਼ੀ ਵਿੱਚ, ਤ੍ਰਿਪਤੀ ਵਿੱਚ, ਰਹੱਸ ਵਿੱਚ, ਤੇ ਭਗਤੀ ਜਲਦੀ ਫਲਦੀ ਹੈ, ਉਹਦੇ ਕੋਲੋਂ ਦਾਤ ਮਿਲਦੀ ਹੈ। ਜੇ ਅਸੀਂ ਖਿਜੇ ਖਿਜੇ ਭਗਤੀ ਕਰਾਂਗੇ, ਬਾਣੀ ਪੜਾਂਗੇ, ਸਾਧ ਸੰਗਤ ਇੰਨਾ ਲਾਭ ਨਹੀਂ ਹੋਵੇਗਾ, ਲਾਭ ਤੇ ਜ਼ਰੂਰ ਹੋਵੇਗਾ। ਇਸ ਲਈ ਕਹਿੰਦੇ ਨੇ ਸੰਸਾਰ ਦੇ ਕਾਰਜ, ਜਿਵੇਂ ਉਦਾਹਰਨਾਂ ਦਿੱਤੀਆਂ ਗਈਆਂ, ਕਹਿੰਦੇ ਜਿਵੇਂ ਇੱਕ ਬੱਚਾ ਮਾਂ ਨੂੰ ਮਿਲਦਾ ਤੇ ਖੁਸ਼ ਹੁੰਦਾ ਹੈ, ਇਸ ਤਰ੍ਹਾਂ ਕੋਈ ਬੰਦਗੀ ਵਾਲੇ ਪਾਸੇ ਖੁਸ਼ ਹੋ ਕੇ ਤੁਰੇ ਤੇ ਫਿਰ ਪੂਰਾ ਲਾਭ ਪ੍ਰਾਪਤ ਹੁੰਦਾ ਹੈ। ਉੱਥੇ ਤੇ ਖੁਸ਼ੀ ਹੁੰਦੀ ਨਹੀਂ। ਜੇ ਉੱਥੇ ਬੱਝਾ ਕਰਦਾ, ਬੱਧਾ ਚੱਟੀ ਕਰੇਗਾ ਤੇ ਉਹਦੇ ਜਿਹੜੇ ਅਸਰ ਨੇ ਉਹ ਵੀ ਉਸੇ ਤਰ੍ਹਾਂ ਦੇ ਹੋਣਗੇ। ਇਸ ਲਈ ਸਾਹਿਬ ਕਹਿੰਦੇ ਬੰਦਗੀ ਜਿਨ੍ਹਾਂ ਨੇ ਕੀਤੀ, ਸੁਣਿਆ ਜਿਨ੍ਹਾਂ ਨੇ, ਜਪਿਆ ਜਿਨ੍ਹਾਂ ਨੇ, ਕਾਹਦੇ ਨਾਲ? ਕਹਿੰਦੇ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਜੇ ਇਸ ਤਰ੍ਹਾਂ ਕੋਈ ਖੁਸ਼ੀ ਵਿੱਚ ਸੁਣੇਗਾ, ਉਹਦੀ ਜ਼ਿੰਦਗੀ ਦੇ ਦੁੱਖ ਪਾਪ ਬੰਧਨ ਟੁੱਟ ਜਾਣਗੇ ਤੇ ਉਹ ਵਿਅਕਤੀ ਮੁਕਤ ਹੋ ਜਾਏਗਾ, ਆਜ਼ਾਦ ਹੋ ਜਾਏਗਾ, ਖੁੱਲ ਜਾਏਗਾ ਬਿਲਕੁਲ। ਇਸ ਤਰ੍ਹਾਂ ਜਿਵੇਂ ਉਹਨੂੰ ਕੋਈ ਹੁਣ ਪਰਵਾਹ ਹੀ ਨਹੀਂ। ਤਾਂ ਸਾਹਿਬ ਕਹਿੰਦੇ ਹਰਖ ਤੋਂ ਵੀ ਉੱਚੇ ਨੇ, ਖੁਸ਼ੀ ਉਹਨਾਂ ਨੂੰ ਭਰਮਾ ਨਹੀਂ ਸਕਦੀ। ਕਿਸੇ ਵੱਲੋਂ ਦਿੱਤੀ ਹੋਈ ਕੋਈ ਭੇਟਾ, ਕਿਸੇ ਵੱਲੋਂ ਦਿੱਤਾ ਹੋਇਆ ਸਤਿਕਾਰ, ਕਿਸੇ ਵੱਲੋਂ ਦਿੱਤਾ ਹੋਇਆ ਝੂਠਾ ਅਡੰਬਰ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰਦਾ। ਫਿਰ ਕਹਿੰਦੇ ਸੋਗ ਜਾਂ ਕਹਿ ਨਹੀਂ। ਇੱਕ ਸੋਗ ਬੜਾ ਵੱਡਾ ਦੁੱਖ ਹੈ, ਤੇ ਸੋਗ ਦੋ ਤਰ੍ਹਾਂ ਦਾ ਹੈ। ਇੱਕ ਸੋਗ ਹੈ ਸਾਧ ਸੰਗਤ ਬੰਦੇ ਦੇ ਕੋਲੋਂ ਕੁਝ ਇਹ ਖੁੱਸ ਜਾਏ, ਮਾਇਆ ਘਟ ਜਾਏ, ਹੋਰ ਕੋਈ ਗੱਲ, ਤੇ ਸੋਗ ਪੈਦਾ ਹੋਵੇਗਾ। ਇੱਕ ਸੋਗ ਅਕਾਰਨ ਹੀ ਅੱਜ ਕੱਲ ਮਨਾਂ ਵਿੱਚ ਰਹਿੰਦਾ, ਸੋਗ ਬਣੇ ਰਹਿੰਦਾ, ਕੋਈ ਕਾਰਨ ਵੀ ਕੋਈ ਨਹੀਂ। ਸਾਧਨ ਵੀ ਸਾਰੇ ਨੇ ਕੋਲ ਮੌਜੂਦ ਖੁਸ਼ੀ ਦੇ, ਨਾ ਧਨ ਦੀ ਕਮੀ, ਨਾ ਧਾਮ ਦੀ ਕਮੀ, ਨਾ ਸਰੀਰ ਨੂੰ ਕੋਈ ਰੋਗ, ਕੁਝ ਵੀ ਨਹੀਂ। ਸਾਰੀਆਂ ਚੀਜ਼ਾਂ ਠੀਕ, ਪਰ ਸੋਗ ਫਿਰ ਵੀ। ਇਹ ਸੋਗ ਕਿੱਥੋਂ ਆ ਗਿਆ? ਇਹਦਾ ਕੋਈ ਕਾਰਨ ਤੋਂ ਬਿਨਾਂ ਤੇ ਸੋਗ ਹੋ ਹੀ ਨਹੀਂ ਸਕਦਾ। ਸਾਰੀਆਂ ਤੇ ਚੀਜ਼ਾਂ ਹਨ, ਸਭ ਕੁਝ ਤੇ ਹੈ, ਤੇ ਸੋਗ ਫਿਰ ਵੀ। ਇਹ ਕਿਸੇ ਭਾਗਾਂ ਵਾਲੇ ਨੂੰ ਇਹ ਸੋਗ ਮਿਲਦਾ ਹੈ। ਧਿਆਨ ਦੇਣਾ, ਚੀਜ਼ਾਂ ਸਾਰੀਆਂ ਕੋਲ ਹੋਣ। ਕਿਉਂਕਿ ਜੇ ਬੰਦਾ ਗਰੀਬ ਹੈ ਤੇ ਕਹੇਗਾ ਸੋਗੀ ਹਾਂ, ਧਨ ਕੋਈ ਨਹੀਂ ਕੋਲ, ਉੱਥੇ ਅੜਿਆ ਰਹੇਗਾ,
ਉਹਦਾ ਕਾਰਨ ਲੱਭ ਗਿਆ ਵੀ ਧਨ ਘਾਟੇ ਤੇ ਤਾਂ ਦੁੱਖ ਤਾਂ ਸੋਗ, ਸਰੀਰ ਨੂੰ ਰੋਗ ਤੇ ਤਾਂ ਸੋਗ ਕਹੇਗਾ, ਕਾਰਨ ਲੱਭ ਗਿਆ ਉੱਥੇ ਅੜਿਆ ਰਹੇਗਾ, ਟਿਕਿਆ ਰਹੇਗਾ। ਹੋਰ ਕੋਈ ਗੱਲ ਹੈ ਤੇ ਕਹੇਗਾ ਵੀ ਇਹਦੇ ਕਰਕੇ ਮੈਂ ਸੋਗੀ ਹਾਂ। ਪਰ ਕਿਸੇ ਭਾਗਸ਼ਾਲੀ ਮਨੁੱਖ ਦੇ ਜੀਵਨ ਵਿੱਚ ਵਾਪਰਦਾ ਹੈ, ਉਹਦਾ ਤਨ ਵੀ ਅਰੋਗ, ਉਹਦਾ ਮਨ ਵੀ ਅਰੋਗ ਹੋਵੇ, ਉਹਦੇ ਕੋਲ ਧਨ ਵੀ ਪੂਰਾ, ਉਹਨੂੰ ਦੁਨੀਆ ਵਿੱਚ ਕਿਸੇ ਪ੍ਰਕਾਰ ਦਾ ਕੋਈ ਬੰਧਨ ਨਹੀਂ, ਫਿਰ ਉਹਨੂੰ ਆਵੇ ਸੋਗ। ਉਹ ਭਾਗਸ਼ਾਲੀ ਬੰਦਾ ਹੈ। ਉਹ ਭਾਗਸ਼ਾਲੀ ਕਿਉਂ ਹੋਇਆ? ਕਿਉਂਕਿ ਹੁਣ ਉਹਨੂੰ ਅਸਲੀ ਪਤਾ ਲੱਗਾ ਵੀ ਸੋਗ ਕਿਉਂ ਹੈ। ਹੁਣ ਉਹਨੂੰ ਪਤਾ ਲੱਗਾ ਮੈਨੂੰ ਸੋਗ ਤਾਂ ਹੈ, ਚੀਜ਼ਾਂ ਤੇ ਸਾਰੀਆਂ ਨੇ, ਹੁਣ ਸੋਗ ਤਾਂ ਹੈ ਕਿ ਮੈਂ ਰੱਬ ਤੋਂ ਟੁੱਟਿਆ ਹੋਇਆ ਹਾਂ। ਅਸਲੀ ਗੱਲ ਦਾ ਪਤਾ ਲੱਗ ਗਿਆ ਕਿ ਨਾਮ ਤੋਂ ਟੁੱਟਣ ਕਰਕੇ ਮੈਂ ਸੋਗੀ ਹਾਂ, ਉਹਦੇ ਕਰਕੇ ਮੈਨੂੰ ਦੁੱਖ ਹੈ, ਉਹਦੇ ਕਰਕੇ ਮੈਂ ਅੰਦਰੋਂ ਤੰਗ ਹਾਂ, ਪਰੇਸ਼ਾਨ ਹਾਂ। ਫਿਰ ਉਹਦੀ ਖੋਜ ਕਰੇਗਾ, ਉਹਨੂੰ ਅਸਲੀ ਰਾਹ ਮਿਲ ਗਿਆ, ਰਸਤਾ ਲੱਭ ਗਿਆ। ਇਹ ਸੋਗ ਬੜਾ ਵਧੀਆ ਹੈ, ਜਿਹੜਾ ਸਾਰੀਆਂ ਚੀਜ਼ਾਂ ਦੇ ਮਿਲਣ ਤੋਂ ਬਾਅਦ ਵੀ ਰਵੇ। ਬਸ ਜਦੋਂ ਅਸੀਂ ਕਹਿੰਦੇ ਆ ਨਾ ਕਮੀ ਕਿਸੇ ਚੀਜ਼ ਦੀ ਨਹੀਂ, ਫਿਰ ਵੀ ਅੰਦਰ ਪਰੇਸ਼ਾਨੀ ਤੇ ਸੋਗ ਹੈ, ਕਮੀ ਹੈ ਕਿਸੇ ਚੀਜ਼ ਦੀ। ਇਹ ਤੇ ਗੱਲ ਹੈ, ਕਮੀ ਹੈ ਕਿਸੇ ਚੀਜ਼ ਦੀ, ਉਸ ਕਮੀ ਦਾ ਸਾਨੂੰ ਪਤਾ ਨਹੀਂ ਲੱਗਾ। ਉਹ ਕਮੀ ਹੈ ਜਿਹਦੇ ਵਿੱਚੋਂ ਪੈਦਾ ਹੋਏ ਆ, ਉਹਨੇ ਪੈਦਾ ਕੀਤਾ ਸੀ ਕਿ ਵਾਪਸੀ ਬੰਦਾ ਉਹਨੂੰ ਪਿਆਰ ਕਰੇ। ਉਹ ਪਿਆਰ ਅੰਦਰੋਂ ਉੱਡ ਪੁੱਡ ਗਿਆ, ਅੰਦਰੋਂ ਨਿਕਲ ਗਿਆ ਪਿਆਰ ਸਾਰਾ ਉਹਦੇ। ਉਹ ਪ੍ਰੇਮ ਰਹਿਤ ਜਦੋਂ ਬੰਦਾ ਹੁੰਦਾ ਹੈ ਤੇ ਉਸ ਥਾਂ ਤੇ ਫਿਰ ਸੋਗ ਪੈਦਾ ਹੁੰਦਾ ਹੈ। ਫਿਰ ਜਿਨ੍ਹਾਂ ਨੇ ਉਹਦੇ ਨਾਲ ਪ੍ਰੇਮ ਕੀਤਾ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੋਗ ਵੀ ਉਹਨਾਂ ਦਾ ਚਲਾ ਗਿਆ, ਬੜਾ ਵੱਡੀ ਖੁਸ਼ੀ ਉਹਨਾਂ ਦੀ ਝੋਲੀ ਵਿੱਚ ਪੈ ਗਈ। ਉਹਨਾਂ ਨੂੰ ਕਿਸੇ ਪ੍ਰਕਾਰ ਦਾ ਸੋਗ ਨਹੀਂ। ਇਸ ਦਸ਼ਾ ਦਾ ਵਰਣਨ ਭਗਤ ਰਵਿਦਾਸ ਜੀ ਬੜੇ ਪਿਆਰੇ ਸ਼ਬਦਾਂ ਵਿੱਚ ਕਹਿੰਦੇ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਆਂਦੋ ਨਹੀਂ ਤੇ ਠਾਉ। ਬੇਗਮ, ਗਮ ਦਾ ਅਰਥ ਹੈ ਸੋਗ। ਇੱਕ ਦਸ਼ਾ ਐਸੀ ਮਿਲੀ ਰੱਬ ਦੇ ਪਿਆਰਿਆਂ ਨੂੰ, ਗਮ ਉੱਥੇ ਹੈ ਹੀ ਨਹੀਂ, ਗਮ ਉੱਥੇ ਆਉਂਦਾ ਹੀ ਨਹੀਂ। ਇੰਨੀ ਖੁਸ਼ੀ ਵਿੱਚ ਉਹ ਜਿਉਂਦੇ ਨੇ, ਸਦਾ ਹੀ ਬੇਗਮ ਰਹਿੰਦੇ ਨੇ, ਗਮ ਤੋਂ ਰਹਿਤ। ਇੱਕ ਸ਼ਹਿਰ ਬਣ ਗਿਆ ਉਹਨਾਂ ਦਾ, ਇੱਕ ਅਵਸਥਾ ਬਣ ਗਈ ਉਹਨਾਂ ਦੀ। ਫਿਰ ਕਹਿੰਦੇ ਦੁੱਖ ਆਂਦੋ ਨਹੀਂ ਤੇ ਠਾਉ, ਨਾ ਉੱਥੇ ਦੁੱਖ ਹੈ ਉਸ ਦਸ਼ਾ ਵਿੱਚ, ਨਾ ਉੱਥੇ ਆਂਦੋਹ ਚਿੰਤਾ ਹੈ, ਕਾੜਾ ਹੈ। ਉਸ ਥਾਂ ਤੇ ਚੀਜ਼ਾਂ ਕੋਈ ਵੀ ਨਹੀਂ, ਨਾ ਤਸਵੀਸ ਖਿਰਾਜ ਨਾ ਮਾਲ, ਖਿਰਾਜ ਨਹੀਂ ਪੈਂਦਾ, ਟੈਕਸ ਨਹੀਂ ਪੈਂਦਾ ਉਸ ਥਾਂ ਤੇ, ਨਾ ਤਸਵੀਸ। ਉੱਥੇ ਕੋਈ ਵੀ ਰੁਕਾਵਟ ਨਹੀਂ, ਕੋਈ ਰਾਹ ਵਿੱਚ ਰੋਕਦਾ ਨਹੀਂ। ਫਿਰ ਕਹਿੰਦੇ ਖੌਫ ਨਾ ਖਤਾ, ਨਾ ਤਰਸ ਜਵਾਲ, ਨਾ ਖੌਫ ਨਾ ਖਤਾ। ਖਤਾ ਕਹਿੰਦੇ ਨੇ ਗਲਤੀ ਨੂੰ। ਵੈਸੇ ਤੇ ਧਾਰਮਿਕ ਬੰਦਾ ਕਦੀ ਨਹੀਂ ਕਹਿੰਦਾ ਵੀ ਮੈਂ ਗਲਤੀ ਨਹੀਂ ਕਰਦਾ, ਉਹ ਕਹਿੰਦਾ ਹੀ ਰਹਿੰਦਾ ਅਖੀਰ ਤੱਕ। ਪਰ ਸਾਧ ਸੰਗਤ ਇੱਕ ਦਸ਼ਾ ਐਸੀ ਹੈ ਰੱਬ ਦੇ ਘਰ ਦੀ, ਜਿੱਥੇ ਜਾ ਕੇ ਗਲਤੀ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ। ਗਲਤੀ ਹੋਣ ਦੀਆਂ ਤਾਰਾਂ ਟੁੱਟ ਜਾਂਦੀਆਂ ਨੇ, ਗਲਤ ਹੋ ਹੀ ਨਹੀਂ ਸਕਦਾ। ਠੀਕ ਨਾਲ ਜੁੜ ਗਿਆ, ਗਲਤੀ ਕਿੱਥੋਂ ਹੋਵੇਗੀ? ਜਿਹੜਾ ਕਰਮ ਕਰੇਗਾ ਸਾਧ ਸੰਗਤ, ਉਹਦੇ ਵਿੱਚ ਹੀ ਤਸੀਰ ਭਰੀ ਜਾਏਗੀ ਰੱਬ ਦੇ ਪਿਆਰ ਦੀ। ਗਲਤ ਨਹੀਂ ਹੋ ਸਕਦਾ। ਐਸਾ ਮਨੁੱਖ ਜਿਹੜਾ ਹੈ ਕਰਮ ਕਰਦਾ ਹੋਇਆ ਨਿਹਕਰਮ ਹੋ ਗਿਆ, ਉੱਚਾ ਹੋ ਗਿਆ ਕਰਮਾਂ ਦਾ। ਉਹ ਕਹਿੰਦੇ ਇਹਨਾਂ ਦੁੱਖਾਂ ਤੋਂ ਉੱਚਾ ਉੱਠ ਗਿਆ। ਖੌਫ ਨਾ ਖਤਾ, ਖੌਫ ਕਾਹਦਾ? ਡਰ, ਗਲਤੀ ਦਾ ਡਰ, ਕਿਤੇ ਗਲਤੀ ਨਾ ਕਰ ਬੈਠਾ, ਗਲਤ ਨਾ ਹੋ ਜਾ ਜੀਵਨ ਵਿੱਚ। ਉੱਥੇ ਨਾ ਖੌਫ, ਨਾ ਖਤਾ, ਨਾ ਤਰਸ, ਨਾ ਜਵਾਲ। ਫਿਰ ਕਹਿੰਦੇ ਅਬ ਮੋਹੇ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਇੱਕ ਐਸੇ ਵਤਨ ਦੀ ਪ੍ਰਾਪਤੀ ਹੋ ਗਈ, ਇੱਕ ਐਸੀ ਦੁਨੀਆ ਮਿਲ ਗਈ ਜਿਹੜੀ ਬਹੁਤ ਖੂਬ ਹੈ, ਬੜੀ ਚੰਗੀ, ਜਿੱਥੇ ਸਦਾ ਖੁਸ਼ੀ ਬਣੀ ਰਹਿੰਦੀ, ਉੱਥੇ ਸਦਾ ਹੀ ਖੈਰਾਇਤ ਹੈ। ਊਹਾਂ ਖੈਰ ਸਦਾ ਮੇਰੇ ਭਾਈ। ਫਿਰ ਕਹਿੰਦੇ ਆਬਾਦਾਨ ਸਦਾ ਮਸ਼ਹੂਰ, ਊਹਾਂ ਗਣੀ ਬਸੈ ਮਾਮੂਰ। ਆਬਾਦਾਨ ਦਾ ਅਰਥ ਹੈ ਆਬਾਦ ਰਹਿੰਦੀ ਜਿਹੜੀ ਥਾਂ,
ਸਦਾ ਬਣੀ ਰਹਿੰਦੀ ਨੇ ਤੇ ਸਾਰੀਆਂ ਚੀਜ਼ਾਂ ਬਦਲ ਗਈਆਂ। ਪਿੱਛੇ ਝਾਤੀ ਮਾਰ ਕੇ ਵੇਖੋ, ਅੱਜ ਤੋਂ ਜਿਹੜੇ 500 ਸਾਲ 200 ਸਾਲ 300 ਸਾਲ ਪਹਿਲਾਂ ਹੋਏ ਨੇ, ਉਹਨਾਂ ਦੇ ਕਿਲੇ ਖੰਡਹਰ ਬਣ ਗਏ, ਕੰਧਾਂ ਢੱਠੀਆਂ ਹੋਈਆਂ ਨੇ, ਉੱਥੇ ਜਾਨਵਰ ਆਪਣੇ ਘਰ ਬਣਾ ਕੇ ਰਹਿੰਦੇ ਨੇ। ਇੱਥੇ ਸਾਰੀਆਂ ਚੀਜ਼ਾਂ ਸਥਿਰ ਨਹੀਂ, ਉੱਜੜ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ, ਪਰ ਉਸ ਥਾਂ ਤੇ ਕੋਈ ਉਜਾੜਾ ਨਹੀਂ। ਉਸ ਥਾਂ ਤੇ ਕਹਿੰਦੇ ਸਦਾ ਹੀ ਆਬਾਦ ਰਹਿੰਦਾ ਮਨੁੱਖ। ਇੱਕ ਐਸੀ ਦਸ਼ਾ ਮਿਲ ਜਾਂਦੀ ਜਿੱਥੇ ਜਾ ਕੇ ਫਿਰ ਕੋਈ ਮੌਤ ਨਹੀਂ, ਕੋਈ ਖਾਤਮਾ ਨਹੀਂ। ਆਬਾਦਾਨ ਸਦਾ ਮਸ਼ਹੂਰ, ਊਹਾਂ ਗਨੀ ਬਸੈ ਮਾਮੂਰ। ਬੜੇ ਧਨਵਾਨ ਨੇ ਉਹ ਰੱਬ ਦੇ ਪਿਆਰੇ ਜਿਹੜੇ ਉਸ ਦੁਨੀਆ ਵਿੱਚ ਵਸਦੇ ਨੇ, ਉੱਥੇ ਨਿਵਾਸ ਰੱਖਦੇ ਨੇ। ਊਹਾਂ ਗਨੀ ਬਸੈ ਮਾਮੂਰ। ਤੇ ਰਵਿਦਾਸ ਜੀ ਕਹਿੰਦੇ ਨੇ, ਤਿਉਂ ਤਿਉਂ ਸੈਲ ਕਰੈ ਜਿਉ ਭਾਵੈ, ਮਹਿਰਮ ਮਹਿਲ ਨਾ ਕੋ ਅਟਕਾਵੈ। ਮੁਕਤ ਹੋ ਗਿਆ ਉਹ ਮਨੁੱਖ। ਇਹ ਸਾਰਾ ਸ਼ਬਦ ਮੁਕਤੀ ਦੀ ਅਵਸਥਾ ਦੀ ਵਿਆਖਿਆ ਕਰਦਾ ਹੈ, ਕਿਉਂਕਿ ਬੜੇ ਬੜੇ ਭੁਲੇਖੇ ਨੇ ਸਾਧ ਸੰਗਤ ਸਾਡੇ ਵਿੱਚ। ਅਸੀਂ ਕਹਿੰਦੇ ਆ ਸਮਝ ਨਹੀਂ ਆਉਂਦੀ, ਇੰਨੇ ਸਾਲਾਂ ਤੋਂ ਧਰਮੀ ਬਣੇ ਆ, ਪਹੁੰਚਣਾ ਕਿੱਥੇ ਹੈ, ਕਿੱਥੇ ਜਾਣਾ। ਇਹ ਵੀ ਥੋੜੇ ਲੋਕ ਨੇ ਜਿਹੜੇ ਰਾਹ ਲੱਭਦੇ ਨੇ, ਤੇ ਬਹੁਤੇ ਕਹਿੰਦੇ ਧਰਮੀ ਹੋ ਗਏ, ਬਸ ਸਿੱਖ ਦੇ ਘਰ ਵਿੱਚ ਸਿੱਖ ਨੇ ਜਨਮ ਲੈ ਲਿਆ, ਲੋਕ ਮੈਨੂੰ ਸਿੱਖ ਕਹਿੰਦੇ, ਮੈਂ ਸਿੱਖ ਹੋ ਗਿਆ। ਇਸੇ ਤਰ੍ਹਾਂ ਹਿੰਦੂ ਦੇ ਘਰ ਵਿੱਚ ਹਿੰਦੂ ਆ ਗਿਆ, ਉਹ ਕਹਿੰਦਾ ਮੈਂ ਹਿੰਦੂ ਬਣ ਗਿਆ। ਮੁਸਲਮਾਨ ਦੇ ਘਰ ਵਿੱਚ ਮੁਸਲਮਾਨ ਜਨਮਦਾ, ਉਹ ਕਹਿੰਦਾ ਮੈਂ ਮੁਸਲਮਾਨ ਬਣ ਗਿਆ। ਜਨਮ ਲੈਣ ਨਾਲ ਕੋਈ ਮੁਸਲਮਾਨ ਹਿੰਦੂ ਤੇ ਸਿੱਖ ਨਹੀਂ। ਸਤਿਗੁਰੂ ਨੇ ਇਹ ਚੀਜ਼ਾਂ ਦਸੀਆਂ ਕਿ ਧਰਮੀ ਕਿਵੇਂ ਦਾ ਹੈ, ਮੁਕਤ ਬੰਦਾ ਕਿਵੇਂ ਦਾ ਹੈ। ਇਹ ਆਪਣੀ ਮਨੋਕਲਪਿਤ ਧਰਮ ਨੇ ਸਾਡੇ, ਅਸੀਂ ਮਨੋਕਲਪਿਤ ਕੀਤੇ ਹੋਏ ਨੇ, ਤੇ ਉੱਪਰੋਂ ਸਾਨੂੰ ਦੱਸਣ ਵਾਲੇ ਆ ਕੇ ਝੂਠੇ ਲੇਬਲ ਲਾ ਜਾਂਦੇ ਨੇ। ਉਹ ਕਹਿ ਜਾਂਦੇ ਨੇ ਬਸ ਤੁਸੀਂ ਹੁਣ ਸਿੱਖ ਹੋ, ਜੋ ਮਰਜ਼ੀ ਕਰੋ, ਇਹਦੀ ਕੋਈ ਗੱਲ ਨਹੀਂ, ਜਿਵੇਂ ਦੇ ਵੀ ਹੋ ਠੀਕ ਹੋ। ਉਹਨਾਂ ਸ਼ਬਦਾਂ ਦਾ ਸਹਾਰਾ ਵੀ ਲਿਆ ਜਾਂਦਾ ਹੈ ਜਿਹਦੇ ਵਿੱਚ ਇੱਕ ਰੱਬ ਦੇ ਪਿਆਰੇ ਅਰਦਾਸ ਕਰਦੇ ਨੇ ਵੀ ਅਸੀਂ ਜਿਵੇਂ ਦੇ ਵੀ ਆ, ਸਾਨੂੰ ਪ੍ਰਵਾਨ ਕਰ ਲੈ। ਉਹਦੇ ਬਖਸ਼ੇ ਹੋਏ ਲੋਕ ਕਹਿੰਦੇ ਨੇ। ਪਰ ਇਹ ਭੁਲੇਖਾ ਧਰਮੀ ਦੁਨੀਆ ਵਿੱਚ ਬਹੁਤ ਵੱਡੀ ਭੀੜ ਨੂੰ ਪਿਆ ਰਹਿੰਦਾ ਹੈ, ਤੇ ਉੱਪਰੋਂ ਜਿਹੜੇ ਲੋਕ ਵਿਖਿਆਨ ਕਰਤਾ ਵੀ ਹੁੰਦੇ ਨੇ, ਉਹ ਵੀ ਭੁਲੇਖਾ ਪੱਕਾ ਕਰੀ ਜਾਂਦੇ ਨੇ ਵੀ ਕੋਈ ਪਰਵਾਹ ਨਾ ਕਰੋ, ਪਾਪੀ ਸਾਰੇ ਬਖਸ਼ੇ ਜਾਂਦੇ ਨੇ, ਕੋਈ ਚਿੰਤਾ ਦੀ ਲੋੜ ਨਹੀਂ। ਤਾਂ ਇਸ ਤਰ੍ਹਾਂ ਇੱਕ ਮੂੜਤਾ, ਇੱਕ ਮੂਰਖਤਾ ਜਨਮ ਲੈਂਦੀ ਹਰ ਇੱਕ ਧਰਮ ਦੇ ਵਿੱਚ। ਫਿਰ ਉਹਨਾਂ ਦੀ ਗਿਣਤੀ ਵਧਣ ਲੱਗ ਪੈਂਦੀ, ਤੇ ਤੁਹਾਨੂੰ ਪਤਾ ਜਿਹੜਾ ਕੰਮ ਬਹੁਤੇ ਲੋਕ ਕਰਨ ਉਹ ਠੀਕ ਲੱਗਣ ਲੱਗ ਪੈਂਦਾ। ਜਿਹੜੇ ਜ਼ਿਆਦਾ 99 ਆਦਮੀ ਇੱਕ ਕੰਮ ਕਰ ਰਹੇ ਨੇ, ਇੱਕ ਪਾਸੇ ਇੱਕ ਬੰਦਾ ਬੈਠਾ ਤੇ ਉਹ 99 ਕਹਿਣਗੇ ਇਹਨੇ ਥੋੜੀ ਗਲਤ ਕਰਦੇ ਨੇ, ਇਹ ਤੇ ਕੱਲਾ ਗਲਤ ਹੈ। ਪਰ ਧਰਮੀ ਕਦੋਂ ਬਣਦਾ ਹੈ, ਉਹ ਬਾਣੀ ਦੱਸ ਰਹੀ ਹੈ। ਉਹ ਕਹਿੰਦੇ ਨੇ ਇਹ ਨੇ ਦਸ਼ਾ, ਜਦੋਂ ਆਪਣਾ ਤੇ ਬੇਗਾਨਾ ਖਤਮ ਹੋ ਜਾਏ, ਸਮਝ ਲੈਣਾ ਕਿ ਸਿੱਖ ਸਫ਼ਰ ਕਰਕੇ ਮੰਜ਼ਿਲ ਦੇ ਨੇੜੇ ਚਲਾ ਗਿਆ ਹੈ। ਸਿੱਖੀ ਹੋਰ ਬਾਹਰੋਂ ਤੇ ਕੋਈ ਫਰਕ ਨਹੀਂ ਪੈਣਾ, ਸਰੀਰ ਤੇ ਉਹੀ ਰਹਿਣੇ ਨੇ। ਫਰਕ ਤੇ ਪੈਣਾ ਅੰਦਰੋਂ, ਬੰਦੇ ਦੇ ਮਨ ਨੂੰ, ਉਹਦੇ ਸੁਭਾਅ ਨੂੰ, ਉਹਦੇ ਵਿਚਾਰਾਂ ਨੂੰ ਫਰਕ ਪੈਣਾ। ਬਦਲ ਜਾਣੇ ਨੇ ਸਾਰੇ। ਉਹਨਾਂ ਦੇ ਪਿਛਲਿਆਂ ਦੀ ਮੌਤ ਹੁੰਦੀ ਜਾਣੀ, ਪੁਰਾਣੇ ਵਿਚਾਰਾਂ ਦੀ, ਤੇ ਨਵੇਂ ਵਿਚਾਰਾਂ ਨੇ ਬਣਨਾ। ਇਸ ਤਰ੍ਹਾਂ ਉਹ ਵਿਅਕਤੀ ਕਹਿੰਦੇ ਕਿ ਹੁਣ ਇਹ ਕਿਸੇ ਥਾਂ ਤੇ ਪਹੁੰਚ ਗਿਆ, ਉਹਨੂੰ ਕਹਿੰਦੇ ਨੇ ਪਹੁੰਚਣਾ। ਜੇ ਇਹ ਚੀਜ਼ਾਂ ਅੰਦਰ ਨਹੀਂ ਬਣੀਆਂ, ਜਿਹੜੀਆਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਰਖ ਸੋਗ ਜਾ ਕੈ ਨਹੀਂ, ਬੈਰੀ ਮੀਤ ਸਮਾਨ। ਜੇ ਬੈਰੀ ਤੇ ਸੱਤਰ ਤੇ ਮਿੱਤਰ ਵੱਖਰੇ ਲੱਗਦੇ ਨੇ, ਕਿਸੇ ਤੇ ਤਰਸ ਨਹੀਂ ਕੀਤਾ ਕਦੀ, ਸਾਧ ਸੰਗਤ ਸਮਝ ਲੈਣਾ ਆਪਾਂ ਕਿਤੇ ਪਹੁੰਚੇ ਨੇ। ਇਸ ਤਰ੍ਹਾਂ ਦੀ ਦਸ਼ਾ ਨੂੰ ਕਹਿ ਰਹੇ ਨੇ ਉਹ ਮੁਕਤ ਵਿਅਕਤੀ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕਹੋ ਨਾਨਕ ਸੁਨ ਰੇ ਮਨਾ। ਹੇ ਮੇਰੇ ਮਨ, ਜਦੋਂ ਤੇਰੇ ਮਨ ਦੇ ਤੇਰੇ ਅੰਦਰ ਇਹ ਦਾਤ ਬਣ ਗਈ, ਉਦੋਂ ਸਮਝੀ ਕਿ ਮੈਂ ਮੁਕਤ ਹੋ ਗਿਆ। ਉਸ ਤੋਂ ਪਹਿਲਾਂ ਤੈਨੂੰ ਬੰਧਨ ਪਏ ਹੋਏ ਨੇ। ਮੇਰ ਤੇਰ, ਆਪਣਾ ਬੇਗਾਨਾ, ਵੱਡਾ ਛੋਟਾ, ਇਹ ਚੀਜ਼ਾਂ ਅੰਦਰ ਬਣੀਆਂ ਰਹੀਆਂ, ਉਹਨਾਂ ਚਿਰ ਕਿਤੇ ਨਹੀਂ ਗਿਆ। ਜੇ ਇਹ ਅੰਦਰ ਭਾਵਨਾ ਚੱਲਦੀ ਇਹ ਮੇਰੇ ਬੱਚੇ ਨੇ, ਤੇਰੇ ਨੇ, ਆਪਣਾ ਤੇ
ਗਲਤ ਵੀ ਠੀਕ ਲੱਗੇ ਤੇ ਦੂਸਰਿਆਂ ਦੀ ਗਲਤੀ ਮਨੁੱਖ ਕੱਢੀ ਹੋਈ ਜਾਏ ਦਿਨ ਰਾਤ, ਇਹ ਬੰਦੇ ਦੇ ਅੰਦਰ ਬਾਣੀ ਨਹੀਂ ਗਈ, ਅੰਦਰ ਗੁਰੂ ਕੀ ਮੱਤ ਧਾਰਨ ਨਹੀਂ ਕੀਤੀ। ਮੁਕਤ ਕੌਣ ਹੈ? ਜਿਹੜਾ ਵੈਰੀ ਤੇ ਮਿੱਤਰ ਤੋਂ ਉੱਤੇ ਚਲਾ ਜਾਂਦਾ ਹੈ। ਅਗਲੇ ਸ਼ਲੋਕ ਵਿੱਚ ਸਤਿਗੁਰੂ ਬ੍ਰਹਮ ਗਿਆਨੀ ਦੀ ਦਸ਼ਾ ਦੱਸਦੇ ਨੇ। ਹਜੂਰ ਕਹਿੰਦੇ ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਕਿਸੇ ਨੂੰ ਭੈ ਨਹੀਂ ਉਹ ਦਿੰਦਾ, ਕਿਸੇ ਨੂੰ ਭੈ ਦਾ, ਕਿਸੇ ਨੂੰ ਡਰਾਉਂਦਾ ਹੀ ਨਹੀਂ। ਇਸ ਤਰ੍ਹਾਂ ਦਾ ਉਹਦਾ ਸੁਭਾਅ ਬਣ ਜਾਂਦਾ, ਕਿਸੇ ਨੂੰ ਆਪਣੇ ਥੱਲੇ ਨਹੀਂ ਰੱਖਣਾ ਚਾਹੁੰਦਾ। ਇਸ ਕਰਕੇ ਨਾ ਸਤਿਗੁਰਾਂ ਨੇ ਬਰਾਬਰਤਾ ਦਿੱਤੀ। ਭਾਵੇਂ ਸਿੱਖ ਆਪਣੇ ਗੁਰੂ ਦਾ ਸਤਿਕਾਰ ਜ਼ਰੂਰ ਕਰਦਾ ਹੈ, ਉਹ ਆਪਣੇ ਗੁਰੂ ਦੇ ਬਰਾਬਰ ਨਹੀਂ ਬਹਿੰਦਾ, ਪਰ ਸਤਿਗੁਰੂ ਨੇ ਕਿਹਾ ਇਹ ਸਿੱਖ ਭਾਈ ਗੁਰਸਿੱਖ ਕਿਹਾ। ਗੁਰਬਾਣੀ ਦੇ ਵਿੱਚ ਗੁਰੂ ਰਾਮਦਾਸ ਜੀ ਆਪਣੇ ਸਿੱਖਾਂ ਨੂੰ ਭਾਈ ਕਹਿੰਦੇ ਨੇ, ਭਾਈ ਗੁਰਸਿੱਖੋ। ਭਾਈ ਦਾ ਅਰਥ ਹੈ ਭਰਾ, ਭਰਾ ਬਣ ਜਾਣਾ। ਭਾਈ ਕੋਈ ਅਹੁਦਾ ਨਹੀਂ, ਭਾਈ ਦਾ ਅਰਥ ਹੈ ਭਰਾ। ਇਸ ਕਰਕੇ ਉਹ ਕਿਸੇ ਨੂੰ ਭੈ ਨਹੀਂ ਦੇਗਾ, ਕਿਸੇ ਨੂੰ ਡਰਾਏਗਾ ਨਹੀਂ। ਭੈ ਕਾਹੂ ਕੋ ਦੇਤ ਨਹਿ। ਪਰ ਇਹਦੇ ਵਿੱਚ ਇੱਕ ਹੋਰ ਵੀ ਬੜਾ ਵੱਡਾ ਗੁਣ ਆ ਗਿਆ, ਨਹਿ ਭੈ ਮਾਨਤ ਆਨ। ਉਹ ਬੰਦਾ ਨਿਰਭੈ ਵੀ ਹੋ ਜਾਏਗਾ। ਇੱਕੋ ਸਮੇਂ ਇਹ ਦੋ ਦਾਤਾਂ ਮਿਲਦੀਆਂ ਨੇ, ਨਿਰਭਉ ਤੇ ਨਿਰਵੈਰ ਤੇ ਬੇਪਰਵਾਹੀ। ਕਿਸੇ ਦੀ ਏਣ ਵੀ ਨਹੀਂ ਮੰਨੇਗਾ। ਇਹ ਦਾਤਾਂ ਤਾਂ ਆਉਣਗੀਆਂ, ਕਿਸੇ ਨੂੰ ਡਰ ਦਿੰਦਾ ਹੀ ਨਹੀਂ, ਕਿਸੇ ਨੂੰ ਥੱਲੇ ਰੱਖਣਾ ਨਹੀਂ ਚਾਹੁੰਦਾ, ਕਿਸੇ ਦੇ ਥੱਲੇ ਰਹਿਣਾ ਨਹੀਂ ਚਾਹੁੰਦਾ। ਇਹ ਦੋ ਗੁਣ ਨੇ। ਇਹ ਵੀ ਖਿਆਲ ਰੱਖਣਾ, ਖੁਸ਼ਾਮਦੀ ਵਿਅਕਤੀ ਕਦੀ ਧਰਮੀ ਨਹੀਂ ਹੁੰਦਾ। ਕਿਸੇ ਨੂੰ ਭੈ ਦੇਣ ਵਾਲਾ ਵੀ ਧਰਮੀ ਨਹੀਂ, ਕਿਸੇ ਨੂੰ ਡਰਾਉਣ ਵਾਲਾ ਵੀ ਧਰਮੀ ਨਹੀਂ। ਪਰ ਜੇ ਮੌਕੇ ਦਾ ਕਾਰਜ ਸਾਰਨ ਵਾਸਤੇ ਜੇ ਕੋਈ ਵਿਅਕਤੀ ਖੁਸ਼ਾਮਦੀ ਬਣਦਾ ਹੈ, ਜੇ ਕੋਈ ਲੋੜ ਵਾਸਤੇ ਖੁਸ਼ਾਮਦ ਨੂੰ ਚੁਣ ਲੈਂਦਾ ਹੈ ਤੇ ਕਿਸੇ ਦੇ ਦਬਾਅ ਥੱਲੇ ਰਹਿੰਦਾ ਹੈ, ਕਿਸੇ ਝੂਠੇ ਮਨੁੱਖ ਨਾਲ ਸਮਝੌਤਾ ਕਰ ਲੈਂਦਾ ਹੈ ਜਿਹਦਾ ਪਤਾ ਵੀ ਹੈ ਝੂਠ ਹੈ, ਫਰੇਬ ਹੈ, ਤਾਂ ਉਹ ਕਿਸੇ ਦਾ ਭੈ ਖਾਂਦਾ ਵੀ ਨਹੀਂ। ਇਸੇ ਕਰਕੇ ਬਹੁਤ ਵੱਡੀਆਂ ਕੁਰਬਾਨੀਆਂ ਹੋਈਆਂ ਨੇ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਜਦੋਂ ਉਹਨਾਂ ਦੀ ਸ਼ਹਾਦਤ ਹੋਣੀ ਸੀ ਤੇ ਕਾਜੀ ਬਹਾਵ ਵੋਰਾ ਬੜੀ ਵੱਡੀ ਤਸਬੀਹ ਉਹਦੇ ਕੋਲ ਆਇਆ ਮਿਲਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ। ਸਤਿਗੁਰਾਂ ਨੇ ਉਹਦੇ ਵੱਲ ਕੋਈ ਬਹੁਤਾ ਧਿਆਨ ਨਾ ਦਿੱਤਾ। ਮਿਲਣ ਵਾਸਤੇ ਆਇਆ ਸੀ, ਨਾਲ ਲਾਓ ਲਸ਼ਕਰ ਸੀ, ਚੇਲੇ ਬਾਲ ਕੇ ਸਨ। ਕਿਸੇ ਨੇ ਨਾਲ ਦੇ ਨੇ ਕਿਹਾ ਜੀ ਇਹ ਬੜੇ ਵੱਡੇ ਕਾਜੀ ਸਾਹਿਬ ਨੇ। ਹਜ਼ੂਰ ਨੇ ਪੁੱਛਿਆ ਕੌਣ ਨੇ? ਕਹਿੰਦੇ ਕਾਜੀ ਬਹਾਵ ਵੋਰਾ ਨੇ। ਦੀਨ ਦੇ ਸਭ ਤੋਂ ਵੱਡੇ ਨੇ, ਫੈਸਲੇ ਇਹ ਕਰਦੇ ਨੇ, ਫਤਵਾ ਇਹਨਾਂ ਨੇ ਦੇਣਾ, ਤੁਹਾਡਾ ਫੈਸਲਾ ਇਹਨੇ ਕਰਨਾ ਕੇਸ ਦਾ। ਹਜ਼ੂਰ ਕਹਿੰਦੇ ਠੀਕ ਹੈ, ਇਹ ਧਰਮ ਹੀ ਬਹੁਤ ਵੱਡਾ ਹੈ। ਕਿੰਨੇ ਲੋਕਾਂ ਨੂੰ ਫਤਵਾ ਦਿੱਤਾ ਇਸ ਨੇ। ਧਰਮੀ ਬੰਦੇ ਦੀ ਨਿਸ਼ਾਨੀ ਇਹ ਨਹੀਂ ਇਹ ਕਿਸੇ ਤੋਂ ਡਰਦਾ ਤੇ ਕਿਸੇ ਨੂੰ ਡਰਾਉਂਦਾ ਹੈ। ਉਹਦੇ ਨਾਲ ਗੱਲਬਾਤ ਸ਼ੁਰੂ ਹੋਈ। ਉਹਨੇ ਪੁੱਛਿਆ ਫਿਰ ਧਰਮੀ ਬੰਦੇ ਦੀ ਪਰਿਭਾਸ਼ਾ। ਹਜ਼ੂਰ ਕਹਿੰਦੇ ਗੱਲ ਇੱਕੋ ਹੀ ਹੈ। ਅਸੀਂ ਕਦੀ ਕਿਸੇ ਨੂੰ ਡਰਾਇਆ ਨਹੀਂ, ਪਰ ਇਹ ਵੀ ਖਿਆਲ ਰੱਖੀ ਅਸੀਂ ਕਦੀ ਕਿਸੇ ਤੋਂ ਡਰੇ ਵੀ ਨਹੀਂ ਹਾਂ। ਇਹਨੂੰ ਹੰਕਾਰ ਨਾ ਸਮਝੀ। ਕਈ ਵਾਰੀ ਇਹ ਹੰਕਾਰ ਬਣ ਸਕਦਾ, ਖਿਆਲ ਰੱਖਣਾ। ਕਈ ਵਾਰੀ ਜੇ ਬੇਪਰਵਾਹੀ ਬਾਹਰੋਂ ਸਿੱਖੀ ਜਾਏ ਨਾ, ਅਣਖ ਬਾਹਰੋਂ ਸਿੱਖੀ ਜਾਏ, ਤੇ ਕਈ ਵਾਰੀ ਬੰਦਾ ਲੋੜ ਤੋਂ ਵੱਧ ਇਹਦੀ ਵਰਤੋਂ ਕਰ ਜਾਏ ਤੇ ਹੰਕਾਰ ਵੀ ਬਣ ਸਕਦਾ ਹੈ। ਸੁਚੇਤ ਰਹਿਣਾ ਚਾਹੀਦਾ ਹੈ, ਆਪਣੇ ਥਾਂ ਤੇ ਰਹਿਣਾ ਚਾਹੀਦਾ। ਹੰਕਾਰੀ ਵੀ ਅਸੀਂ ਹੋ ਸਕਨੇ ਹਾਂ, ਅਣਖ ਦਾ ਸਹਾਰਾ ਲੈ ਕੇ ਅਸੀਂ ਹੰਕਾਰ ਵੀ ਕਰ ਸਕਨੇ ਹਾਂ। ਪਰ ਜੇ ਅਸੀਂ ਕਹੀਏ ਕਿ ਇਹਨੂੰ ਨਿਮਰਤਾ ਕਹਿੰਦੇ ਆ ਵੀ ਜੋ ਹੈ ਜੀ ਠੀਕ ਹੈ, ਬਸ ਸਿਰ ਸੁੱਟ ਕੇ ਜੀਵੋ, ਇਹ ਨਿਮਰਤਾ ਵੀ ਨਹੀਂ ਹੈ। ਇਹ ਅਤ ਗਲੀਚਤਾ ਦੀ ਇੱਕ ਦਸ਼ਾ ਹੈ, ਧਰਮੀ ਬੰਦੇ ਦੀ ਨਿਸ਼ਾਨੀ ਨਹੀਂ ਹੈ। ਇਹ ਬੜੀਆਂ ਬਰੀਕੀ ਚੀਜ਼ਾਂ ਨੇ, ਨਿਸ਼ਾਨੀਆਂ ਨੇ ਉਸ ਮਨੁੱਖ ਦੀਆਂ। ਔਰ ਸਤਿਗੁਰੂ ਕਹਿ ਰਹੇ ਨੇ ਡਰਾਏਗਾ ਨਹੀਂ। ਕਿੰਨੇ ਡਰਾਵੇ। ਸ਼ੁਰੂ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੀ ਦਸ਼ਾ ਵੇਖੋ, ਕੈਸੀ ਦਸ਼ਾ ਹੈ ਕਿ ਗੁਰਤਾ ਗੱਦੀ ਤੇ ਬਹਿਣ ਤੋਂ ਲੈ ਕੇ ਉਹਨਾਂ ਤੇ ਅਖੀਰ ਤੱਕ ਵਾਰ ਹੁੰਦੇ ਰਹੇ। ਅਖੀਰ ਤੱਕ ਉਹਨਾਂ ਦੇ ਉੱਤੇ
ਅਜੇ ਗੁਰਤਾ ਗੱਦੀ ਤੇ ਬੈਠੇ ਹੀ ਸਨ। ਬਾਬੇ ਬਕਾਲੇ ਪ੍ਰਗਟ ਹੋਏ, ਪਹਿਲਾਂ ਤੇ ਬਾਹਰ ਨਹੀਂ ਨਿਕਲਦੇ, ਤੇ ਫਿਰ ਮੱਖਣ ਸ਼ਾਹ ਨੇ ਸਭ ਸੰਗਤ ਨੂੰ ਦੱਸਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਦਰ ਨੇ। ਜਦੋਂ ਬਾਹਰ ਨਿਕਲੇ, ਗੁਰਤਾ ਗੱਦੀ ਤੇ ਬੈਠੇ ਤੇ ਕੁਦਰਤੀ ਬਾਹਰ ਸੈਰ ਕਰਨ ਜਾਂਦੇ ਹੁੰਦੇ ਸੀ। ਸ਼ਾਮ ਨੂੰ ਘੋੜੀ ਰੱਖੀ ਹੋਈ ਸੀ। ਇਹ ਵੀ ਮੈਂ ਬੇਨਤੀ ਕਰਦੇ ਹਾਂ, ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਵੀ ਇਹ ਚੀਜ਼ਾਂ ਜਿਹੜੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਭੋਰੇ ਵਿੱਚ ਰਹੇ। ਦੋ ਤਰ੍ਹਾਂ ਦੀ ਵਿਆਖਿਆ ਮਿਲਦੀ ਸਾਡੇ ਵਿੱਚੋਂ। ਇੱਕ ਉਹ ਸੱਜਣ ਨੇ ਕਹਿੰਦੇ ਰਹੇ ਹੀ ਭੋਰੇ ਵਿੱਚ ਨੇ, ਬਾਹਰ ਨਿਕਲੇ ਕੋਈ ਨਹੀਂ ਸਨ ਕਦੇ। ਉਹਨਾਂ ਨੇ ਯੋਗੀ ਸੰਨਿਆਸੀ ਬਣਾ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਵਿੱਚ ਹੀ ਰਹੇ ਸਨ। ਤੇ ਦੂਜੇ ਕਹਿੰਦੇ ਨੇ ਕਿਤੇ ਬੈਠੇ ਨਹੀਂ, ਉਹ ਤੇ ਤਰਕਸ਼ੀਲ ਸਨ, ਉਹ ਤੇ ਗਿਆਨਵਾਨ ਸਨ, ਕਿਤਾਬਾਂ ਹੀ ਪੜ੍ਹਦੇ ਰਹੇ ਸਾਡੇ ਵਾਂਗ, ਭਗਤੀ ਤੇ ਕੀਤੀ ਨਹੀਂ। ਇਹ ਦੋਵੇਂ ਵਿਆਖਿਆਵਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਨਹੀਂ ਹਨ। ਉਹ ਅੰਦਰ ਵੀ ਬੈਠੇ ਨੇ, ਬਾਹਰ ਵੀ ਵਿਚਰੇ ਨੇ। ਇਹ ਉਸ ਮਨੁੱਖ ਦੀ ਆਪਣੀ ਮਰਜ਼ੀ ਕਿ ਕਿਹੜੇ ਵਕਤ ਉਹ ਜ਼ਿਆਦਾ ਆਪਣੇ ਆਪ ਨੂੰ ਦੁਨੀਆ ਤੋਂ ਪਾਸੇ ਕਰ ਲੈਂਦਾ। ਇਹ ਠੀਕ ਹੈ, ਉਹਨਾਂ 27 ਸਾਲਾਂ ਦੇ ਦੌਰਾਨ ਗੁਰੂ ਤੇਗ ਬਹਾਦਰ ਸਾਹਿਬ ਕਦੀ ਕਿਸੇ ਨੂੰ ਬਹੁਤਾ ਨਹੀਂ ਮਿਲੇ, ਕਿਸੇ ਕਿਸੇ ਸਿੱਖ ਨੂੰ ਮਿਲਦੇ ਰਹੇ ਨੇ। ਯਤਨ ਕਰਦੇ ਸਨ ਕਿ ਉਦੋਂ ਬਾਹਰ ਨਿਕਲਾਂ ਜਦੋਂ ਕੋਈ ਨਾ ਮਿਲੇ। ਕਿਸੇ ਕੰਮ ਵਿੱਚ ਸਨ, ਜ਼ਰੂਰੀ ਕੰਮ ਇਸੇ ਤਰ੍ਹਾਂ ਹੀ ਪੂਰੇ ਹੁੰਦੇ ਨੇ। ਇਹ ਜ਼ਰੂਰ ਗੱਲ ਸੀ, ਅੰਦਰ ਬਹਿੰਦੇ ਸਨ, ਪਰ ਇਹ ਵੀ ਕੋਈ ਨੇਮ ਨਹੀਂ ਸੀ ਬਿਲਕੁਲ ਵੀ ਰੋਟੀ ਨਹੀਂ ਖਾਣੀ ਜਾਂ ਬਾਹਰ ਸੈਰ ਨਹੀਂ ਕਰਨੀ ਜਾਂ ਨਿਕਲਣਾ ਨਹੀਂ। ਨੇਮ ਵੀ ਨਹੀਂ ਸੀ ਪਾਇਆ, ਪਰ ਨੇਮ ਹੈ ਵੀ ਸੀ। ਉਹਨਾਂ ਦੇ ਕੋਲ ਇੱਕ ਚੰਗੀ ਘੋੜੀ ਵੀ ਸੀ। ਇਹ ਖਬਰ ਦਿੰਦੀ ਵੀ ਉਹਨਾਂ ਦੇ ਕੋਲ ਸਾਧਨ ਸਨ ਸਾਰੇ, ਕਿਉਂਕਿ ਜਦੋਂ ਗੁਰਤਾ ਗੱਦੀ ਤੇ ਬੈਠੇ ਘੋੜੀ ਤੇ ਚੜ੍ਹ ਕੇ ਵਾਪਸ ਆ ਰਹੇ ਸਨ ਤੇ ਸ਼ੀਹੇ ਮਸੰਦ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੋਲੀ ਚਲਾਈ, ਵਾਰ ਕੀਤਾ। ਗੋਲੀ ਚੱਲੀ ਤੇ ਕੰਨ ਨੂੰ ਛੂਹ ਕੇ ਲੰਘ ਗਈ। ਇੱਕ ਸ਼ਰਾ ਕੰਨ ਨੂੰ ਲੱਗਾ ਵੀ। ਸਤਿਗੁਰੂ ਇਸੇ ਕਰਕੇ ਗੱਦੀ ਤੇ ਨਹੀਂ ਸਣ ਬਹਿੰਦੇ। ਮਾਤਾ ਜੀ ਨੇ, ਗੁਰਸਿੱਖਾਂ ਨੇ ਜ਼ੋਰ ਲਾਇਆ ਤਾਂ ਉੱਥੇ ਸ਼ਬਦ ਵਰਤੇ ਸਨ, ਭਲੇ ਧੀਰ ਮੱਲ। ਇਹ ਸ਼ਬਦ ਵਰਤੇ। ਇਹ ਧੀਰ ਮੱਲੀਏ, ਧੀਰ ਮੱਲ ਨੇ ਹਮਲਾ ਕਰਵਾਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ। ਇਸ ਕਰਕੇ ਇੱਥੇ ਜੋ ਕਹਿ ਰਹੇ ਨੇ ਮੁਕਤੀ, ਗਿਆਨ, ਤਿਆਗ, ਵੈਰਾਗ, ਮੌਤ ਦੀ ਯਾਦ, ਇਹਦੇ ਅਰਥ ਇਹ ਨਹੀਂ ਕਿ ਉਹਨਾਂ ਨੇ ਸੰਸਾਰ ਦੇ ਸਾਧਨ ਵਰਤਨੇ ਛੱਡ ਦਿੱਤੇ ਸਨ, ਉਹ ਰੱਖੇ। ਸਗੋਂ ਇਹ ਦੱਸਿਆ ਕਿ ਉਹਨਾਂ ਦੇ ਵਿੱਚ ਕਿਵੇਂ ਰਹਿਣਾ। ਮੈਂ ਪਿਛਲੇ ਦਿਨਾਂ ਵਿੱਚ ਵੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਕਹਿੰਦੇ ਨੇ ਤਨ ਧਨ ਸੰਪੈ ਸੁਖ ਦਿਓ ਅਰ ਜਿਹੇ ਨੀਕੇ ਧਾਮ। ਇੰਨਾ ਕੁਝ ਤੈਨੂੰ ਦਿੱਤਾ, ਵਿੱਚ ਰਹਿ ਕੇ ਦੱਸਿਆ ਕਿਵੇਂ ਵਰਤੀਦਾ, ਐਸੇ ਪਰਮਾਤਮਾ ਨੂੰ ਕਿਵੇਂ ਯਾਦ ਕਰੀਦਾ। ਉਹਨੂੰ ਬਾਹਰੋਂ ਨਹੀਂ ਲੱਭਣਾ, ਉਹਨੂੰ ਵਿੱਚੋਂ ਹੀ ਪ੍ਰਾਪਤ ਕਰ ਲੈਣਾ ਹੈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਉਹ ਹੋਰ ਨਹੀਂ ਕਿਤੇ, ਹੋਰ ਕਿਤੇ ਉਹਨੂੰ ਖੋਜਣਾ, ਆਪਣੇ ਆਪ ਵਿੱਚੋਂ ਖੋਜ। ਆਪਣੇ ਆਪ ਨੂੰ ਸ਼ੁੱਧ ਕਰ, ਆਪਣੇ ਆਪ ਨੂੰ ਠੀਕ ਕਰ, ਤੇਰੇ ਵਿੱਚੋਂ ਹੀ ਪ੍ਰਗਟ ਹੋ ਜਾਏਗਾ। ਅਸ਼ੁੱਧਤਾ ਕਰਕੇ ਉਹ ਤੇਰੇ ਤੋਂ ਦੂਰ ਹੈ। ਤੇਰੇ ਵਿੱਚ ਪਈ ਹੋਈ ਮੈਲ ਜਿੱਦਣ ਹਟ ਗਈ, ਫਿਰ ਜੰਗਲਾਂ ਵਿੱਚੋਂ ਵੀ ਦਿਸੇਗਾ, ਫਿਰ ਪੱਥਰਾਂ ਵਿੱਚੋਂ ਵੀ ਦਿਸ ਪਏਗਾ, ਜ਼ਮੀਨ ਵਿੱਚੋਂ ਵੀ, ਆਕਾਸ਼ ਵਿੱਚੋਂ ਵੀ, ਸਾਰੇ ਕੁਝ ਨੂੰ। ਤੇ ਜਿੰਨਾ ਚਿਰ ਤੂੰ ਅਸ਼ੁੱਧ ਹੈ ਉਹਨਾਂ ਚਿਰ ਤੈਨੂੰ ਅੰਦਰੋਂ ਦਿਸਣਾ ਨਹੀਂ। ਤੇ ਜੇ ਅੰਦਰੋਂ ਨਹੀਂ ਦਿਸਣਾ ਤੇ ਬਾਹਰੋਂ ਦਿਸਣ ਦੀ ਆਸ ਛੱਡ ਦੇ। ਬਾਹਰੋਂ ਕਦੀ ਨਹੀਂ ਕਿਸੇ ਨੂੰ ਦਿਸਿਆ। ਜਿੰਨੀਆਂ ਮਰਜ਼ੀ ਕੋਈ ਤਰਾਟਕ ਧਿਆਨ ਲਾਏ ਪਿਆ ਮੂਰਤਾਂ ਦੇ ਉੱਤੇ, ਜੋ ਮਰਜ਼ੀ ਕਰੀ ਜਾ, ਬਾਹਰੋਂ ਨਹੀਂ ਦਿਸਿਆ ਕਿਸੇ ਨੂੰ। ਪਹਿਲਾਂ ਅੰਦਰੋਂ, ਫਿਰ ਬਾਹਰ ਤੇ ਅੰਦਰ ਇੱਕੋ ਹੋ ਗਿਆ। ਹਜੂਰ ਨੇ ਬੜਾ ਪਿਆਰਾ ਬਚਨ ਕਿਹਾ, ਕਾਹੇ ਰੇ ਬਨ ਖੋਜਨ ਜਾਈ। ਇਹ ਤੂੰ ਸਮਾਂ ਖਰਾਬ ਕਿਉਂ ਕਰ ਰਿਹਾ? ਇੱਕ ਸੰਨਿਆਸੀ ਨੂੰ ਸਮਝਾ ਰਹੇ ਨੇ, ਕਿਉਂਕਿ ਇਸ ਮਾਰਗ ਤੇ ਬੜੇ ਲੋਕ ਨੇ, ਧਰਮ ਦੇ ਮਾਰਗ ਤੇ, ਜਿਹੜੇ ਆਪਣੇ ਸਮੇਂ ਨੂੰ ਖਰਾਬ ਕਰਦੇ ਰਹਿੰਦੇ ਨੇ, ਗਲਤ ਰਾਹਾਂ ਤੇ ਤੁਰਦੇ ਰਹਿੰਦੇ ਨੇ। ਇਹ ਨਹੀਂ ਕਿ ਸੰਨਿਆਸੀ ਹੀ ਇਕੱਲੇ, ਯੋਗੀ ਹੀ ਕਿ ਜੰਗਲ ਵਿੱਚ ਗਏ ਨੇ, ਇਹ ਨਹੀਂ ਜ਼ਰੂਰੀ। ਅਸੀਂ ਵੀ ਤਾਂ ਇੱਥੇ ਬੈਠੇ ਕਰ ਹੀ ਰਹੇ ਹਾਂ ਅਧੂਰੇ ਅਧੂਰੇ ਕਰਮ।
ਕਰਮ ਅਧੂਰਾ ਨਹੀਂ ਹੁੰਦਾ ਕਦੀ, ਧਿਆਨ ਦਿਓ। ਕਰਨ ਵਾਲਾ ਅਧੂਰਾ ਹੁੰਦਾ। ਮੈਂ ਇੱਥੇ ਬੇਨਤੀ ਕਰਾਂ, ਜੰਗਲ ਵਿੱਚ ਬੰਦਾ ਚਲਾ ਜਾਏ ਪਾਪ ਨਹੀਂ। ਇਹਦੇ ਅਰਥ ਇਹ ਨਹੀਂ ਵੀ ਕਾਹੇ ਰੇ ਬਨ ਖੋਜਨ ਜੇ, ਵੀ ਬਨ ਵਿੱਚ ਨਾ ਜਾ। ਕਈ ਐਸੇ ਲੋਕ ਨੇ ਜਿਨ੍ਹਾਂ ਨੇ ਇਕਾਂਤ ਦੀ ਵਰਤੋਂ ਕੀਤੀ ਹੈ। ਇਕਾਂਤ ਦੀ ਵਰਤੋਂ ਕਰਨੀ ਪੈਂਦੀ ਹੈ। ਗੁਰੂ ਸਾਹਿਬ ਨੇ ਖੁਦ ਵਰਤੋਂ ਕੀਤੀ ਇਕਾਂਤ ਦੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਖੁਦ ਬਨਾਂ ਨਾਲ, ਜੰਗਲਾਂ ਨਾਲ ਪਿਆਰ ਕਰਦੇ ਸਨ, ਜਾਂਦੇ ਸਨ। ਕਰਮ ਨਹੀਂ ਕਦੀ ਅਧੂਰਾ ਹੁੰਦਾ। ਕਰਮ ਕਰਨ ਵਾਲਾ ਜਦੋਂ ਉਹਨੂੰ ਅਧੂਰੇਪਣ ਨਾਲ ਕਰਦਾ ਹੈ ਤੇ ਲੱਗਣ ਲੱਗ ਪੈਂਦਾ ਵੀ ਇਹ ਕਰਮ ਫੋਕਟ ਹੈ, ਅਧੂਰਾ। ਕਰਮ ਕੋਈ ਫੋਕਟ ਨਹੀਂ ਹੈ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੁਝ ਜ਼ਰੂਰ ਹੁੰਦਾ ਹੈ। ਹੁਣ ਸਿੱਖੀ ਦੇ ਕਰਮ ਨੇ ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਪਾਣ ਕਰਨਾ, ਨਿਤਨੇਮ ਕਰਨਾ, ਗੁਰਦੁਆਰੇ ਜਾਣਾ, ਬਾਣੀ ਪੜ੍ਹਨੀ, ਪਾਠ ਕਰਨਾ, ਪਾਠ ਕਰਵਾਉਣਾ, ਲੰਗਰ ਲਾਉਣੇ, ਸੇਵਾ ਕਰਨੀ, ਕਰਮ ਨੇ। ਇਹਨਾਂ ਕਰਮਾਂ ਨੂੰ ਜੇ ਅਸੀਂ ਅਧੂਰੇਪਣ ਨਾਲ ਕੀਤਾ, ਇਹ ਕਰਮ ਵੀ ਕਰਮ ਫੋਕਟ ਲੱਗਣ ਲੱਗ ਪੈਣਗੇ। ਜੇ ਅਸੀਂ ਅੰਦਰਲੀ ਸ਼ੁੱਧ ਨੀਅਤ ਨਾਲ ਨਾ ਕੀਤਾ, ਫਿਰ ਅਸੀਂ ਕਵਾਂਗੇ ਤੇ ਫਿਰ ਵਿਆਖਿਆਕਾਰ ਕਹਿਣ ਲੱਗ ਪੈਂਦੇ ਨੇ ਪਾਠ ਦਾ ਕੀ ਕਰਨਾ, ਇਹਦੇ ਨਾਲ ਤੇ ਹੁੰਦਾ ਹੀ ਕੁਝ ਨਹੀਂ, ਛੱਡੋ ਇਸ ਨੂੰ, ਇਹ ਸਾਰਾ ਬੋਝ ਹੈ। ਫਿਰ ਅੰਮ੍ਰਿਤ ਛਕਣਾ ਵੀ ਬੋਝ ਦਿਸਦਾ, ਕਿਉਂਕਿ ਉਹਨੂੰ ਛਕ ਕੇ ਅਸੀਂ ਬਦਲਿਆ ਨਹੀਂ ਆਪਣੇ ਆਪ ਨੂੰ। ਇਹ ਕਰਮ ਸਾਰੇ ਤਾਂ ਅਧੂਰੇ ਪ੍ਰਤੀਤ ਹੁੰਦੇ, ਅਸੀਂ ਦੋਸ਼ ਕਰਮਾਂ ਦਾ ਕੱਢਨੇ ਆ। ਪਰ ਕਬੀਰ ਸਾਹਿਬ ਨੇ ਸਾਫ਼ ਕਹਿ ਦਿੱਤਾ, ਉਹ ਕਹਿੰਦੇ ਨੇ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਵੇਦਾਂ ਦਾ ਕੋਈ ਗੁਨਾਹ ਨਹੀਂ, ਕੋਈ ਧਰਮ ਨਹੀਂ ਗਲਤ, ਧਰਮ ਹੀ ਗਲਤ ਹੈ। ਧਰਮ ਕਦੀ ਗਲਤ ਨਹੀਂ ਹੁੰਦਾ। ਉਸ ਧਰਮ ਨੂੰ ਜਿਹੜੇ ਅਖਤਿਆਰ ਕਰਦੇ ਨੇ, ਉਹ ਉਸ ਧਰਮ ਦੀ ਵਰਤੋਂ ਆਪਣੇ ਵਿਚਾਰਾਂ ਅਨੁਸਾਰ ਕਰਨੀ ਸ਼ੁਰੂ ਕਰ ਦਿੰਦੇ ਨੇ। ਫਿਰ ਉਹ ਧਰਮ ਗਲਤ ਲੱਗਣ ਲੱਗ ਪੈਂਦਾ, ਗਲਤ ਨਹੀਂ ਹੁੰਦਾ। ਧਰਮ ਤੇ ਸਾਧ ਸੰਗਤ ਗੰਨੇ ਵਰਗਾ ਹੈ, ਧਰਮ ਤੇ ਗੁੜ ਵਰਗਾ ਹੈ। ਇਹ ਉਸ ਬੰਦੇ ਦੀ ਮਰਜ਼ੀ ਹੈ, ਇਸ ਗੰਨੇ ਨੂੰ ਚੂਪ ਕੇ ਸਰੀਰ ਤੰਦਰੁਸਤ ਕਰਨਾ ਹੈ ਕਿ ਗੁੜ ਖਾਣਾ ਹੈ, ਕਿ ਇਸ ਗੁੜ ਦਾ ਸ਼ਰਾਬ ਬਣਾਉਣਾ ਹੈ। ਇਹ ਉਹਦੀ ਮਰਜ਼ੀ ਹੈ, ਉਹਦੀ ਤਬਦੀਲੀ ਬੰਦੇ ਦੇ ਹੱਥ ਵਿੱਚ ਹੈ। ਇਸ ਕਰਕੇ ਧਰਮ ਜਿਹੜਾ ਵੀ ਪੈਦਾ ਹੋਇਆ ਸੰਸਾਰ ਵਿੱਚ, ਉਹ ਆਪਣੇ ਧਰਮੀਆਂ ਤੇ ਡਿਪੈਂਡ ਕਰਦਾ ਵੀ ਉਹ ਉਹਦੀ ਵਰਤੋਂ ਕਿਵੇਂ ਕਰ ਰਹੇ ਨੇ। ਬੜੇ ਧਰਮ ਨੇ ਅੱਜ ਧਰਤੀ ਤੇ ਜਿਨ੍ਹਾਂ ਦੀ ਵਰਤੋਂ ਹੁਣ ਬਿਲਕੁਲ ਹੀ ਗਲਤ ਹੋ ਚੁੱਕੀ ਹੈ, ਤੇ 50-60% ਤੱਕ ਤੇ ਅਸੀਂ ਵੀ ਪਹੁੰਚ ਗਏ ਹਾਂ ਇੰਨੀ ਜਲਦੀ। ਵਰਤੋਂ ਬੜੇ ਥਾਵਾਂ ਤੇ ਗਲਤ ਹੈ। ਉਸ ਤਰ੍ਹਾਂ ਨਹੀਂ ਕਰ ਰਿਹਾ ਸੀ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ। ਇੱਥੇ ਦੇ ਉੱਥੇ ਸਭ ਰਾਤ। ਜੋ ਕੁਝ ਅਸੀਂ ਕਰ ਰਹੇ ਹਾਂ ਅੱਗੇ ਜਾ ਰਿਹਾ ਕਿ ਨਹੀਂ ਦਾ ਸਾਨੂੰ ਪਤਾ ਨਹੀਂ ਹੈ। ਕੱਲ ਸ਼ਾਮ ਵੀ ਬੇਨਤੀ ਕੀਤੀ ਸੀ, ਕੜਛੀ ਕਿੰਨੀਆਂ ਦੇਗਾਂ ਵਿੱਚੋਂ ਲੰਘ ਜਾਂਦੀ ਹੈ, ਭੋਜਨ ਦਾ ਸਵਾਦ ਨਹੀਂ ਜਾਣਦੀ, ਕਿਉਂਕਿ ਉਹਦੇ ਵਿੱਚ ਰਸਨਾ ਨਹੀਂ ਪੈਦਾ ਹੋਈ। ਚੱਖਣ ਵਾਲੀ, ਸਵਾਦ ਨੂੰ ਜਾਣਨ ਵਾਲੀ ਚੀਜ਼ ਪੈਦਾ ਨਹੀਂ ਹੋਈ। ਉਹ ਕੜਛੀ ਕਿੰਨੀਆਂ ਦੇਗਾਂ ਵਿੱਚੋਂ ਲੰਘ ਗਈ, ਉਹਨੂੰ ਕਿਸੇ ਭੋਜਨ ਦਾ ਨਹੀਂ ਪਤਾ ਲੱਗਾ ਉਹਦਾ ਸਵਾਦ ਕੀ ਹੈ। ਇਸੇ ਤਰ੍ਹਾਂ ਜੇ ਸਾਡੇ ਕੋਲ ਨੀਅਤ ਦੀ ਰਸਨਾ ਨਹੀਂ ਆਈ, ਅਸੀਂ ਵੀ ਸਾਰੇ ਧਰਮ ਦੀਆਂ ਦੇਗਾਂ ਵਿੱਚੋਂ, ਕਰਮਾਂ ਵਿੱਚੋਂ ਲੰਘ ਜਾਵਾਂਗੇ। ਸਵਾਦ ਸਾਨੂੰ ਵੀ ਨਹੀਂ ਪਤਾ ਲੱਗਣਾ ਵੀ ਇਹਦੇ ਵਿੱਚ ਹੈ ਕੀ। ਉਹ ਚੀਜ਼ ਅੰਦਰ ਪੈਦਾ ਨਹੀਂ। ਇਹਨੂੰ ਕਹਿੰਦੇ ਨੇ ਵੀ ਅਸੀਂ ਗਲਤ ਕਰ ਰਹੇ ਹਾਂ, ਗਲਤੀ ਵਿੱਚ ਕਰੀ ਜਾ ਰਹੇ ਹਾਂ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ। ਬੜੀ ਨਿਪੁੰਨਤਾ ਨਾਲ ਵਿਆਖਿਆ ਕਰ ਰਹੇ ਨੇ। ਸਾਰਿਆਂ ਵਿੱਚ ਵਸਦਾ ਹੈ, ਤੇ ਜਦੋਂ ਸਾਰੇ ਕਵਾਂਗੇ ਝੂਠੇ, ਸੱਚੇ, ਫਰੇਬੀ, ਇਮਾਨਦਾਰ, ਸ਼ਰਾਬੀ, ਕਬਾਬੀ ਸਾਰੇ ਵਿੱਚ ਆ ਗਏ। ਸਾਰਿਆਂ ਵਿੱਚ ਵਸਦਾ ਹੈ, ਸਰਬ ਨਿਵਾਸੀ। ਕਿੰਨੇ ਨੇ ਸੁਚੇਤ ਗਿਆਨ ਬੋਲਣ ਲੱਗਿਆ ਕਿ ਕਿਤੇ ਗਲਤ ਨਾ ਹੋ ਜਾਏ। ਅਸੀਂ ਬੋਲਾਂਗੇ ਤੇ ਅਸੀਂ ਇੱਕ ਸਿਰਾ ਕਹਿਣਾ ਜੀ ਸਾਰਿਆਂ ਵਿੱਚ ਹੀ ਵਸਦਾ, ਪਰ ਅੱਗੇ ਕਹਿ ਦਿੱਤਾ ਸਰਬ ਨਿਵਾਸੀ ਸਦਾ ਅਲੇਪਾ। ਅਲੇਪ ਦਾ ਅਰਥ ਹੁੰਦਾ ਹੈ ਜਿਹਦੇ ਉੱਤੇ ਕਿਸੇ ਦੇ ਕਰਮ ਦਾ ਬੈਕ ਪ੍ਰੈਸ਼ਰ ਨਾ ਪਵੇ, ਵਿੱਚ ਰਵੇ। ਜਿਵੇਂ ਇੱਕ ਬਾਦਸ਼ਾਹ ਦੇ ਦੇਸ਼ ਦੇ ਵਿੱਚ ਕਿੰਨੇ ਲੋਕ ਰਹਿੰਦੇ ਨੇ, ਜਾਂ ਆਪਾਂ ਕਹਿ ਲਈਏ ਜ਼ਿਲ੍ਹੇ ਦਾ ਮਾਲਕ ਹੈ, ਡਿਪਟੀ ਕਮਿਸ਼ਨਰ ਹੈ,
ਉਹਦੇ ਜ਼ਿਲ੍ਹੇ ਵਿੱਚ ਹਜ਼ਾਰਾਂ ਲੋਕ ਹਨ, ਹਜ਼ਾਰਾਂ ਲੋਕ ਰਹਿੰਦੇ ਨੇ। ਉਹ ਸਾਰਿਆਂ ਦੀ ਹਿਫਾਜ਼ਤ ਕਰਦਾ ਹੈ, ਸਾਰਿਆਂ ਦੀ ਰਾਖੀ ਕਰਦਾ ਹੈ, ਸਾਰਿਆਂ ਦਾ ਪ੍ਰਬੰਧ ਕਰਦਾ ਹੈ। ਪਰ ਜਦੋਂ ਉਹ ਵਿਅਕਤੀ ਰੂਲ ਦੀ ਉਲੰਘਣਾ ਕਰਦਾ ਹੈ, ਕਾਨੂੰਨ ਨੂੰ ਤੋੜਦਾ ਹੈ, ਉਹਨੂੰ ਜਿਹੜੀ ਸਜ਼ਾ ਮਿਲਣੀ ਹੈ ਉਹ ਸਜ਼ਾ ਤੋਂ ਨਹੀਂ ਉਹ ਰੋਕਦਾ, ਉਹ ਸਜ਼ਾ ਉਹਨੂੰ ਭੁਗਤਣੀ ਪਏਗੀ। ਸਜ਼ਾ ਉਹਨੇ ਗਲਤ ਕੀਤਾ, ਗਲਤ ਚੱਲਿਆ, ਉਹਨੇ ਕਾਨੂੰਨ ਤੋੜਿਆ, ਨਿਯਮ ਤੋੜਿਆ, ਤਾਂ ਉਹੀ ਜ਼ਿਲ੍ਹੇ ਦਾ ਮਾਲਕ ਜਿਹੜਾ ਉਹਦੇ ਵਾਸਤੇ ਰਾਖੀ ਕਰਨ ਵਾਲਾ ਸੀ, ਉਹਦੀ ਸਹਾਇਤਾ ਕਰਨ ਵਾਲਾ ਸੀ, ਉਹਨੇ ਇਨਕਾਰ ਕਰ ਦਿੱਤਾ ਵੀ ਹੁਣ ਤੂੰ ਗਲਤ ਕਰ ਦਿੱਤਾ ਹੈ, ਇਹਦੀ ਸਜ਼ਾ ਤੈਨੂੰ ਮਿਲੇਗੀ। ਇਸ ਤਰ੍ਹਾਂ ਜਦੋਂ ਅਸੀਂ ਕਰਮ ਗਲਤ ਕਰਨੇ ਆ, ਉਦੋਂ ਪ੍ਰਮਾਤਮਾ ਫਿਰ ਵੀ ਗਲਤ ਕਰਮ ਵਾਲੇ ਦਾ ਵੀ ਉਨਾ ਹੀ ਹੈ ਜਿੰਨਾ ਠੀਕ ਕਰਨ ਵਾਲੇ ਦਾ ਹੈ, ਪਰ ਉਹਨਾਂ ਦਾ ਭੁਗਤਾਨ ਉਹਨਾਂ ਨੂੰ ਆਪਣਾ ਆਪਣਾ ਕਰਨਾ ਪਏਗਾ। ਜਿਹੜੇ ਰਾਹ ਤੇ ਕੋਈ ਜਾਂਦਾ ਹੈ ਉਹਦਾ ਭੁਗਤਾਨ ਉਹਦਾ ਆਪਣਾ ਹੈ। ਇਹ ਨਹੀਂ ਕਿ ਜਿਹੜਾ ਪ੍ਰਮਾਤਮਾ ਦੇ ਬਹੁਤੇ ਨੇੜੇ ਹੋ ਗਿਆ ਜੋ ਮਰਜ਼ੀ ਕਰੇ। ਇਸ ਤਰ੍ਹਾਂ ਦਾ ਉੱਥੇ ਕੋਈ ਵਿਧੀ ਵਿਧਾਨ ਨਹੀਂ ਹੈ। ਤਾਂ ਇਸ ਤਰ੍ਹਾਂ ਕਹਿੰਦੇ ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ, ਤੇਰੇ ਨਾਲ ਉਹ ਵਾਹਿਗੁਰੂ ਸਮਾਇਆ ਹੋਇਆ। ਫਿਰ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ ਪੋਹਪ ਮਦ ਜਿਉ ਬਾਸ ਬਸਤ ਹੈ, ਮਕੁਰ ਮਾਹੇ ਜੈਸੇ ਛਾਈ। ਜਿਵੇਂ ਫੁੱਲ ਦੇ ਵਿੱਚ ਸੁਗੰਧੀ ਵਸਦੀ ਏ, ਫੁੱਲ ਨਜ਼ਰ ਆਉਂਦਾ, ਸੁਗੰਧੀ ਨਹੀਂ ਨਜ਼ਰ ਆਉਂਦੀ। ਉਹ ਸੂਖਸ਼ਮ ਹੈ, ਫੁੱਲ ਦਿਸਣ ਵਾਲਾ ਹੈ। ਇਸ ਤਰ੍ਹਾਂ ਸਾਰਿਆਂ ਹੀ ਸਰੀਰਾਂ ਦੇ ਵਿੱਚ ਉਹ ਸੁਗੰਧੀਵਤ ਹੋ ਕੇ ਸਮਾਇਆ ਹੋਇਆ ਹੈ। ਤੇ ਜਿਨ੍ਹਾਂ ਦੀ ਨਾਸਕਾ ਠੀਕ ਹੋ ਜਾਏ, ਜਿਨ੍ਹਾਂ ਦੀ ਨੀਅਤ ਠੀਕ ਹੋ ਜਾਏ, ਉਹਨਾਂ ਨੂੰ ਉਹਦੀ ਸੁਗੰਧੀ ਆਉਣ ਲੱਗ ਪੈਂਦੀ ਹੈ। ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਤੁਸੀਂ ਆਪਣੇ ਹਿਰਦੇ ਵਿੱਚੋਂ ਖੋਜੋ, ਸਰੀਰ ਦੇ ਵਿੱਚੋਂ। ਤੇ ਜਦੋਂ ਇਹ ਦਸ਼ਾ ਬਣ ਗਈ, ਫਿਰ ਕਹਿੰਦੇ ਬਾਹਰ ਭੀਤਰ ਏਕੋ ਜਾਨੋ। ਹੁਣ ਅੰਦਰੋਂ ਤੇ ਬਾਹਰੋਂ ਇੱਕ ਹੋ ਗਿਆ। ਜਿਵੇਂ ਘੜੇ ਵਿੱਚ ਪਾਣੀ ਹੈ, ਘੜਾ ਸਮੁੰਦਰ ਵਿੱਚ ਪਿਆ ਹੈ, ਉਹਦੇ ਅੰਦਰ ਵੀ ਪਾਣੀ ਹੈ, ਉਹਦੇ ਬਾਹਰ ਵੀ ਪਾਣੀ ਹੈ, ਪਰ ਵਿੱਚ ਪਰਤ ਹੈ। ਘੜਾ ਟੁੱਟ ਗਿਆ, ਅੰਦਰਲਾ ਤੇ ਬਾਹਰਲਾ ਪਾਣੀ ਇੱਕ ਹੋ ਗਿਆ। ਇਹ ਹੈ ਸੰਸਾਰ ਦਾ ਨਿਯਮ। ਅਸੀਂ ਸਿਰਫ ਘੜੇ ਵਾਂਗ ਹਾਂ। ਸਾਨੂੰ ਇੰਜ ਲੱਗਣ ਲੱਗ ਪਿਆ ਵੀ ਵਿੱਚ ਵਾਲਾ ਪਾਣੀ ਸਾਡਾ ਤੇ ਬਾਹਰਲਾ ਹੋਰ ਕਿਸੇ ਦਾ ਹੈ। ਜਦੋਂ ਘੜਾ ਟੁੱਟ ਗਿਆ, ਭਰਮ ਟੁੱਟ ਗਿਆ, ਤਾਂ ਫਿਰ ਪਾਣੀ ਇੱਕ ਹੋ ਗਿਆ। ਇਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਗੁਰੂ ਨੇ ਇਹ ਗਿਆਨ ਸਾਨੂੰ ਦੱਸਿਆ। ਇਹ ਗਿਆਨ ਸਾਡੇ ਉੱਤੇ ਬਖਸ਼ਿਸ਼ ਕੀਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਬਹੁਤ ਵਾਰੀ ਗੁਰੂ ਦੀ ਗੱਲ ਕਰਦੇ ਨੇ। ਕਿਸ ਗੁਰੂ ਨੇ ਗਿਆਨ ਦਿੱਤਾ, ਕਿਸ ਗੁਰੂ ਨੇ ਸਭ ਕੁਝ। ਇਹ ਕੌਣ ਹੈ ਗੁਰੂ? ਗੁਰੂ ਅਰਜਨ ਦੇਵ ਪਾਤਸ਼ਾਹ, ਗੁਰੂ ਹਰਗੋਬਿੰਦ ਸਾਹਿਬ ਬਾਹਰੀ ਤੌਰ ਤੇ ਨੇ। ਗੁਰੂ ਹਰਿਰਾਏ ਸਾਹਿਬ ਨੂੰ ਵੀ ਮਿਲਦੇ ਰਹੇ, ਗੁਰੂ ਤੇਗ ਬਹਾਦਰ ਸਾਹਿਬ। ਉਹਨਾਂ ਦੀ ਜ਼ਿੰਦਗੀ ਵਿੱਚ ਕਿੰਨੇ ਗੁਰੂ ਆਏ ਨੇ ਸਰੀਰਕ ਤੌਰ ਤੇ। ਪਿਤਾ ਗੁਰੂ ਹਰਗੋਬਿੰਦ ਸਾਹਿਬ, ਫਿਰ ਗੁਰੂ ਹਰਿਰਾਏ ਸਾਹਿਬ ਆਏ, ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਉਹਨਾਂ ਦੇ ਹੁੰਦੇ ਹੀ ਆਏ। ਜ਼ਰੂਰ ਮਿਲੇ ਹੋਣਗੇ। ਕਿਹੜੇ ਗੁਰੂ ਦੀ ਗੱਲ ਕਰਦੇ ਨੇ? ਜਿਹੜਾ ਇਹਨਾਂ ਗੁਰੂਆਂ ਦੇ ਵਿੱਚ ਮੈਂ ਕੱਲ ਬੇਨਤੀ ਕੀਤੀ ਸੀ, ਉਹ ਨਾਨਕ ਹੈ ਸ਼ਬਦ, ਜਿਹਨੂੰ ਸਾਰੇ ਗੁਰੂ ਵਰਤ ਰਹੇ ਨੇ। ਨਾਨਕ ਸਰੀਰ ਦਾ ਨਾਮ ਨਹੀਂ ਹੈ। ਜੇ ਸਰੀਰ ਦਾ ਨਾਮ ਹੁੰਦਾ ਤੇ ਗੁਰੂ ਨਾਨਕ ਇਕੱਲੇ ਵਰਤ ਲੈਂਦੇ। ਨਾਨਕ ਅਸਲ ਵਿੱਚ ਗੁਰੂ ਦੀ ਮੂਰਤ ਹੈ। ਸ਼ਬਦ ਜਿਹੜਾ ਨਾਨਕ ਸ਼ਬਦ ਜਿਹੜਾ ਹੈ, ਗੁਰੂ ਦੀ ਤਸਵੀਰ ਹੈ। ਉਹਦੇ ਵਿੱਚ ਗੁਰੂ ਸਮਾਇਆ ਹੋਇਆ। ਨਾਨਕ ਸ਼ਬਦ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਵਰਤਿਆ। ਕੌਣ ਹੈ ਉਹਨਾਂ ਦਾ ਗੁਰੂ? ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਉਹ ਸ਼ਬਦ ਸਰੂਪ, ਜਿਹਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਜਿਹੜਾ ਇੱਕ ਨਾਮ ਸ਼ਬਦ ਸਾਰਿਆਂ 10 ਗੁਰੂਆਂ ਦੇ ਵਿੱਚ ਵਰਤਦਾ ਰਿਹਾ ਹੈ, ਉਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਕਹਿੰਦੇ ਨੇ। ਉਹੀ ਉਹਨਾਂ ਦਾ ਗੁਰੂ ਹੈ। ਉਹਦੇ ਲੜ ਸਿੱਖਾਂ ਨੂੰ ਲਾਇਆ ਤੇ ਸਿੱਖ ਨੂੰ ਵਿੱਚ ਆਪ ਬਹਿ ਕੇ ਸਮਝਾਇਆ। ਇਸ ਕਰਕੇ ਕਹਿ ਰਹੇ ਨੇ ਕਿ ਬਾਹਰ ਭੀਤਰ ਏਕੋ ਜਾਨੋ,
ਇਹ ਗੁਰ ਗਿਆਨ ਬਤਾਈ। ਪਰ ਅੱਗੇ ਬਚਨ ਕੀਤੇ, ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਕਾਈ ਦਾ ਅਰਥ ਹੁੰਦਾ ਜਾਲਾ। ਜੇ ਕੋਈ ਬੰਦਾ ਆਪਣੇ ਆਪ ਨੂੰ ਨਹੀਂ ਚੀਨਦਾ, ਆਪਣੇ ਆਪ ਦੀ ਖੋਜ ਨਹੀਂ ਕਰਦਾ, ਤੇ ਉਹ ਕਦੀ ਵੀ ਇਸ ਰਾਹ ਦੇ ਵਿੱਚ ਸਫਲ ਨਹੀਂ ਹੋ ਸਕਦਾ, ਕੋਈ ਪ੍ਰਾਪਤੀ ਨਹੀਂ ਕਰ ਸਕਦਾ। ਇਹ ਤੇ ਰਾਹ ਹੀ ਸਾਧ ਸੰਗਤ ਆਪਣਾ ਹੈ, ਹੋਰ ਕਿਸੇ ਦਾ ਹੈ ਹੀ ਨਹੀਂ। ਸਤਿਗੁਰੂ ਨੇ ਵੀ ਆਪਣਾ ਆਪ ਵਿਖਾ ਦਿੱਤਾ ਸਿੱਖ ਨੂੰ ਵੀ ਤੇਰੇ ਵਿੱਚ ਇੱਥੇ ਹੈ, ਇਹ ਹੈ ਤੇਰੀ ਸਵਿੱਚ, ਇਹਨੂੰ ਠੀਕ ਕਰ। ਤੂੰ ਗਲਤ ਬਟਨ ਦੱਬੀ ਜਾਣਾ ਜੀਵਨ ਦੇ, ਤੈਨੂੰ ਪਤਾ ਨਹੀਂ ਲੱਗਦਾ ਕਿਹੜਾ ਸਵਿੱਚ ਕਿਹੜੇ ਵੇਲੇ ਆਨ ਕਰਨਾ, ਕਿਹੜੇ ਵੇਲੇ ਆਫ ਕਰਨਾ। ਬਸ ਇਹ ਜੁਗਤ ਦੱਸ ਦਿੱਤੀ, ਤਰੀਕਾ ਦੱਸਿਆ ਕਿਵੇਂ ਸੰਸਾਰ ਨਾਲ ਸੰਬੰਧਿਤ ਹੋਣਾ ਹੈ, ਕਿਵੇਂ ਨਿਰੰਕਾਰ ਨਾਲ ਜੁੜਨਾ ਹੈ, ਕਿਵੇਂ ਬਾਜ਼ਾਰ ਨਾਲ ਜੁੜਨਾ ਹੈ। ਇਹ ਸਾਰੀਆਂ ਚੀਜ਼ਾਂ ਸਤਿਗੁਰੂ ਨੇ ਇੱਕ ਇੱਕ ਕਰਕੇ ਦੱਸ ਦਿੱਤੀਆਂ। ਅੱਜ ਦੇ ਸ਼ਲੋਕ ਵਿੱਚ ਬਚਨ ਕਰ ਰਹੇ ਨੇ, ਗਿਆਨਵਾਨ ਕੌਣ ਹੈ? ਕਿਉਂਕਿ ਗਿਆਨ ਦੀ ਪਰਿਭਾਸ਼ਾ ਬੜੀ ਚੱਲੀ ਹੈ ਸੰਸਾਰ ਵਿੱਚ, ਬੜੇ ਭਰਮ ਪਏ ਨੇ। ਕੌਣ ਹੈ ਗਿਆਨੀ? ਗਿਆਨੀ ਤਾਹੇ ਬਖਾਨ। ਗਿਆਨੀ ਕਿਹੜਾ ਹੈ? ਗਿਆਨੀ ਸ਼ਬਦ ਬੜੀ ਵਾਰੀ ਆਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਇੱਕ ਹੈ ਗਿਆਨੀ, ਇੱਕ ਬ੍ਰਹਮ ਗਿਆਨੀ। ਇੱਕੋ ਸ਼ਬਦ ਹੈ, ਇੱਕੋ ਚੀਜ਼ ਨੂੰ ਦੋਵੇਂ ਸ਼ਬਦ ਵਰਤੇ ਗਏ ਨੇ। ਬ੍ਰਹਮ ਨੂੰ ਜਾਣਨ ਵਾਲਾ। ਗਿਆਨੀ ਦਾ ਅਰਥ ਹੈ ਜਿਹਦੇ ਵਿੱਚ ਇੱਕ ਸੁੱਤੀ ਹੋਈ ਸ਼ਕਤੀ ਜਾਗ ਪਈ, ਜਿਹੜੀ ਗਿਆਨ ਸ਼ਕਤੀ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਡ ਆਨੰਦ। ਗਿਆਨ ਦਾ ਦੀਵਾ ਜਿਹਦੇ ਵਿੱਚ ਜਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦੋ ਪ੍ਰਕਾਰ ਦਾ ਗਿਆਨ ਆਇਆ। ਇੱਕ ਗਿਆਨ ਹੈ ਸਿੱਖਣਾ, ਅੱਖਰ ਸਿੱਖਣੇ, ਪਰਿਭਾਸ਼ਾ ਸਿੱਖਣੀ ਜ਼ਰੂਰੀ ਬੜਾ ਹੈ। ਉਹ ਵੀ ਖਾਸ ਕਰਕੇ ਅੱਜ ਦੇ ਸਮੇਂ ਵਿੱਚ ਗਿਆਨ ਹੋਣਾ ਬੜਾ ਜ਼ਰੂਰੀ ਹੋ ਗਿਆ। ਸੰਸਾਰ ਦੇ ਵਿੱਚ ਧਾਰਮਿਕ ਮੰਡਲ ਦੇ ਵਿੱਚ ਪਖੰਡੀ ਤਾਂ ਚੱਲਦਾ ਹੈ ਕਿ ਜਿਨ੍ਹਾਂ ਨੂੰ ਅੰਦਰਲਾ ਗਿਆਨ ਆਉਂਦਾ ਉਹਨਾਂ ਕੋਲ ਬਾਹਰਲਾ ਨਹੀਂ ਹੁੰਦਾ। ਉਹ ਦੱਸ ਨਹੀਂ ਸਕਦੇ ਵੀ ਗਿਆਨ ਹੈ ਕੀ, ਉਹਨਾਂ ਨੂੰ ਸ਼ਬਦ ਨਹੀਂ ਲੱਭਦੇ। ਤੇ ਜਿਨ੍ਹਾਂ ਕੋਲ ਬਾਹਰਲਾ ਹੁੰਦਾ ਉਹਨਾਂ ਕੋਲ ਅੰਦਰਲਾ ਨਹੀਂ ਹੁੰਦਾ। ਜਿਨ੍ਹਾਂ ਕੋਲ ਬਾਹਰਲਾ ਗਿਆਨ ਹੈ ਉਹਨਾਂ ਨੇ ਅੱਖਰ ਸਿੱਖ ਲਏ, ਉਹਨਾਂ ਨੇ ਕਹਿ ਦਿੱਤਾ ਬਸ ਆਹ ਹੀ ਚੀਜ਼ਾਂ ਨੇ, ਤੁਹਾਨੂੰ ਗੁਰੂ ਸਾਹਿਬ ਨੇ ਦੱਸ ਦਿੱਤੀਆਂ ਨੇ, ਇਸ ਤਰ੍ਹਾਂ ਕਰੋ। ਪਰ ਉਹਨਾਂ ਨੂੰ ਪਤਾ ਨਹੀਂ ਵੀ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਬੰਦਾ ਕਰਨੀਆਂ ਵੀ ਚਾਹੇ ਤੇ ਕਿੰਨਾ ਚਿਰ ਨਹੀਂ ਕਰ ਸਕਦਾ। ਉਹਨਾਂ ਨੇ ਕਹਿ ਦਿੱਤਾ ਵੀ ਅੱਖਰ ਸਿੱਖ ਲੈ, ਮੱਤ ਦੇ ਦਿੱਤੀ, ਸਭ ਕੁਝ ਸਮਝਾ ਦਿੱਤਾ। ਤੇ ਜਿਨ੍ਹਾਂ ਨੂੰ ਅੰਦਰਲਾ ਗਿਆਨ ਮਿਲਿਆ, ਅੰਦਰ ਜੁੜ ਗਏ, ਉਹ ਆਪਣੇ ਨਸ਼ੇ ਵਿੱਚ ਇੰਨੇ ਧੁੱਤ ਹੋ ਗਏ, ਉਹਨਾਂ ਨੇ ਕਿਹਾ ਛੱਡੋ ਸੰਸਾਰ ਨੂੰ ਬੋਲਣੇ ਕੀ ਕਰਨਾ ਸੰਸਾਰ ਬਾਹਰ। ਉਹ ਅੰਦਰ ਚਲੇਗਾ, ਦੂਜੇ ਬਾਹਰ ਚਲੇਗਾ, ਜੋੜ ਖਤਮ ਹੋ ਗਿਆ, ਸੰਤੁਲਨ ਖਤਮ ਹੋ ਗਿਆ। ਤੇ ਫਿਰ ਕੀ ਬਣਿਆ ਸੰਸਾਰ ਵਿੱਚ? ਇਹ ਠੀਕ ਹੈ? ਇਹ ਕਿਹਾ ਜਾਂਦਾ ਹੈ ਆਮ ਕਿ ਜਿਨ ਹਰ ਪਾਇਓ ਤਿਨੇ ਛੁਪਾਇਓ। ਉਹਨੇ ਛੁਪਾਇਆ ਹੈ। ਪਰ ਸਾਧ ਸੰਗਤ ਇੱਕ ਬੇਨਤੀ ਕਰਾਂ, ਜਿਹਨੇ ਪਾਇਆ ਉਹ ਛੁਪਾਏ। ਪਾਇਆ ਹੀ ਕੋਈ ਨਹੀਂ ਤੇ ਛੁਪਾਉਣਾ ਕੀ ਹੈ? ਵੈਸੇ ਹੀ ਆਪਾਂ ਕਹਿੰਦੇ ਅਸੀਂ ਛੁਪਾਇਆ ਹੋਇਆ ਹੈ। ਜੇ ਉਹਨਾਂ ਨੇ ਇੰਨਾ ਛੁਪਾ ਦਿੱਤਾ, ਆਪਣੀ ਡਿਊਟੀ ਨਾ ਸਮਝੀ, ਇਹ ਠੀਕ ਹੈ, ਉਹਨਾਂ ਦੀ ਆਪਣੀ ਤੇ ਵਧੀਆ ਨਿਕਲ ਜਾਏ। ਪਰ ਇਹਦੇ ਵਿੱਚ ਕੀ ਹੁੰਦਾ? ਧਰਮ ਦੇ ਮਾਰਗ ਤੇ ਪਖੰਡ ਸ਼ੁਰੂ ਹੋ ਜਾਂਦਾ। ਜਿਹੜੇ ਬਾਹਰਲੇ ਗਿਆਨ ਨਾਲ ਸੰਬੰਧਿਤ ਹੁੰਦੇ ਨੇ, ਉਹਨਾਂ ਦੇ ਕੋਈ ਤਜਰਬੇ ਨਹੀਂ ਹੁੰਦੇ ਇਸ ਮਾਰਗ ਤੇ, ਉਹ ਗਲਤ ਬੋਲੀ ਜਾਂਦੇ ਨੇ। ਉਹ ਵਿਆਖੀ ਸਹਿਜੇ ਸਹਿਜੇ ਗਲਤ ਕਰ ਦਿੰਦੇ ਨੇ। ਉਹ ਇੰਨੀ ਵਿਆਖਿਆ ਗਲਤ ਕਰ ਦਿੰਦੇ ਨੇ ਤੇ ਲੋਕ ਉਸ ਵਿਆਖਿਆ ਨੂੰ ਮੰਨਣ ਲੱਗ ਪੈਂਦੇ, ਕਿਉਂਕਿ ਉਹਨਾਂ ਦੀ ਵਿਆਖਿਆ ਸੌਖੀ ਹੋ ਜਾਂਦੀ, ਬਿਲਕੁਲ ਸਰਲ। ਉਹਨਾਂ ਦੇ ਪਿੱਛੇ ਭੀੜ ਤੁਰ ਪੈਂਦੀ ਏ। ਤਾਂ ਹੀ ਕਬੀਰ ਜੀ ਨੂੰ ਕਹਿਣਾ ਪਿਆ, ਜਿਹੇ ਮਾਰਗ ਪੰਡਿਤ ਗਏ, ਪਾਛੈ ਪਰੀ ਵਹੀਰ। ਵਹੀਰ ਕਹਿੰਦੇ ਨੇ ਭੀੜ ਨੂੰ। ਕਬੀਰ ਜੀ ਕਹਿੰਦੇ ਨੇ ਜਿੱਧਰ ਪੰਡਿਤ ਜਾਏਗਾ, ਵਹੀਰ ਪਿੱਛੇ ਤੁਰੇਗੀ, ਭੀੜ ਉਹਦੇ ਪਿੱਛੇ ਜਾਏਗੀ। ਇਹ ਤੇ ਕੁਦਰਤੀ ਹੈ। ਭੀੜ ਨੂੰ ਤੇ ਝੂਠੀ ਤਸੱਲੀ ਚਾਹੀਦੀ ਏ। ਪੰਡਿਤ ਨੇ ਕਿਹਾ ਤੁਸੀਂ ਚਿੰਤਾ ਨਾ ਕਰੋ, ਕੀ ਲੋੜ ਏ ਤੁਹਾਨੂੰ ਆਪ ਰੱਬ ਨੂੰ ਯਾਦ ਕਰਨ ਦੀ? ਕੀ ਲੋੜ ਏ ਆਪ ਕੁਝ ਕਰਨ ਦੀ? ਕਿਉਂ ਚਿੰਤਾ ਵਿੱਚ ਪਏ ਹੋ? ਅਸੀਂ ਕਾਹਦੇ ਵਾਸਤੇ ਹਾਂ? ਤੁਸੀਂ ਸਾਰੀ ਉਮਰ ਮौज ਕਰੋ। ਸਾਲ ਬਾਅਦ ਇੱਕ ਛੋਟਾ ਮੋਟਾ ਕਰਮ ਦੱਸ ਦਿੱਤਾ, ਤੇ ਜਦੋਂ ਤੁਸੀਂ ਸਰੀਰ ਛੱਡੋਗੇ ਤੁਹਾਡੀ ਮੌਤ ਹੋਵੇਗੀ।
ਅਸੀਂ ਤੁਹਾਡਾ ਸਾਰਾ ਪ੍ਰਬੰਧ ਕਰ ਦਿਆਂਗੇ ਅੱਗੇ, ਤੁਹਾਨੂੰ ਕੀ ਜ਼ਰੂਰਤ ਪੈ ਗਈ ਇਸ ਗੱਲ ਦੀ ਚਿੰਤਾ ਕਰਨ ਦੀ। ਤੇ ਇਹ ਗੱਲ ਸੰਸਾਰੀ ਬੰਦੇ ਨੂੰ ਬਹੁਤ ਫਿੱਟ ਬਹਿੰਦੀ ਵੀ ਕਰਨਾ ਕੁਝ ਨਾ ਪਵੇ। ਇਸ ਲਈ ਪੰਡਤ ਦਾ ਧੰਦਾ ਚੱਲਿਆ, ਪੰਡਤ ਦਾ ਵੀ ਚੱਲਿਆ ਤੇ ਸਾਡੇ ਗਿਆਨੀਆਂ ਦਾ ਵੀ ਚੱਲਿਆ। ਉਹਨਾਂ ਨੇ ਵੀ ਕਿਹਾ ਕੋਈ ਲੋੜ ਨਹੀਂ ਪਾਠ ਕਰਨ ਦੀ, ਕੋਈ ਲੋੜ ਨਹੀਂ ਅੰਮ੍ਰਿਤ ਵੇਲੇ ਜਾਗਣ ਦੀ, ਉਹਨਾਂ ਦਾ ਵੀ ਚੱਲ ਗਿਆ। ਜੋ ਮਰਜ਼ੀ ਖਾਓ, ਜੋ ਮਰਜ਼ੀ ਪਹਿਨੋ, ਉਹਨਾਂ ਦਾ ਵੀ ਧੰਦਾ ਬਹੁਤ ਫੱਬਿਆ। ਕਿਉਂਕਿ ਇਸ ਤਰ੍ਹਾਂ ਦੇ ਧਰਮੀ ਬੰਦੇ ਵੀ ਬਹੁ ਗਿਣਤੀ ਵਿੱਚ ਨੇ ਸੰਸਾਰ ਦੇ, ਜਿਹੜੇ ਕਹਿੰਦੇ ਨੇ ਸੇਵਾ ਥੋੜੀ, ਮੰਗਣ ਬਹੁਤਾ, ਕਰਨਾ ਕੁਝ ਪਵੇ ਨਾ ਤੇ ਮਿਲ ਬਹੁਤਾ ਜਾਏ। ਇਸ ਤਰ੍ਹਾਂ ਦੀ ਖੋਜ ਸਾਡੀ ਵੀ ਹੈ। ਇਸ ਕਰਕੇ ਉਹ ਪੁਰਾਣਾ ਪੰਡਤ ਤੇ ਅੱਜ ਦਾ ਵਾਚ ਗਿਆਨੀ ਇੱਕੋ ਹੀ ਹੋ ਗਿਆ ਹੈ। ਉਹ ਵੀ ਕਹਿੰਦਾ ਕੋਈ ਜ਼ਰੂਰਤ ਹੀ ਨਹੀਂ ਹੈ ਕਰਨ ਦੀ, ਕੁਝ ਵੈਸੇ ਹੀ ਹੋ ਜਾਣਾ, ਕੋਈ ਫਿਕਰ ਨਾ ਕਰੋ। ਤਾਂ ਇਸ ਤਰ੍ਹਾਂ ਦਾ ਸੰਸਾਰ ਵਿੱਚ ਧੋਖਾ ਕਿਉਂ ਚੱਲਦਾ ਹੈ? ਇਸ ਤਰ੍ਹਾਂ ਦਾ ਧੋਖਾ ਤਾਂ ਚੱਲਦਾ ਹੈ ਕਿ ਸੰਤ ਚੁੱਪ ਕਰ ਜਾਂਦਾ ਹੈ, ਸਕਾਲਰ ਬੋਲੀ ਜਾਂਦਾ ਹੈ। ਸਕਾਲਰ ਨੂੰ ਪਤਾ ਹੀ ਨਹੀਂ ਹੈ। ਇਸ ਲਈ ਜਿੱਥੇ ਸੰਤ ਸਕਾਲਰ ਬਣ ਜਾਏ ਤੇ ਸਕਾਲਰ ਸੰਤ ਹੋਵੇ, ਉੱਥੇ ਕਿਤੇ ਨਾ ਕਿਤੇ ਉਮੀਦ ਹੈ ਵੀ ਧਾਰਮਿਕ ਭੀੜ ਨੂੰ ਕੋਈ ਰਾਹ ਮਿਲੇਗਾ। ਨਹੀਂ ਤੇ ਧਾਰਮਿਕ ਭੀੜ ਉਲਝਦੀ ਹੀ ਰਹਿੰਦੀ ਹੈ। ਉਹਨਾਂ ਨੂੰ ਕੋਈ ਰਾਹ ਨਹੀਂ ਮਿਲਦਾ, ਕੋਈ ਰਸਤਾ ਨਹੀਂ ਮਿਲਦਾ। ਤੇ ਗੁਰੂ ਤੇਗ ਬਹਾਦਰ ਸਾਹਿਬ ਫਿਰ ਨਿਸ਼ਾਨੀ ਦੱਸ ਰਹੇ ਨੇ, ਗਿਆਨਵਾਨ ਕੌਣ ਹੈ। ਮੈਂ ਬੇਨਤੀ ਕਰ ਰਿਹਾ ਸਾਂ, 2 ਪ੍ਰਕਾਰ ਦਾ ਗਿਆਨ ਹੈ ਸੰਸਾਰ ਦੇ ਵਿੱਚ। ਅਕਸ਼ਰੀ ਗਿਆਨ ਸਿੱਖਿਆ ਜਾਂਦਾ, ਜ਼ਰੂਰੀ ਹੈ। ਇਹ ਵੀ ਅੱਖਰ, ਖਾਸ ਤੌਰ ਤੇ ਬਾਣੀ ਦੇ ਅੱਖਰ ਸਿੱਖਣੇ ਚਾਹੀਦੇ ਨੇ। ਸ਼ਬਦ 2 ਪ੍ਰਕਾਰ ਨਾਲ ਸਿੱਖਿਆ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਸਿੱਖੋ ਸ਼ਬਦ ਪਿਆਰਿਓ, ਸ਼ਬਦਾਂ ਨੂੰ ਸਿੱਖੋ ਕਿਵੇਂ ਬੋਲੀਦਾ ਹੈ। ਇਹ ਬਾਹਰਲਾ ਗਿਆਨ ਬੜਾ ਜ਼ਰੂਰੀ ਹੈ। ਸਿੱਖੋ ਸ਼ਬਦ ਪਿਆਰਿਓ, ਕਿਉਂਕਿ ਸ਼ਬਦ ਜਿਹੜੇ ਨੇ ਜਨਮ ਮਰਨ ਕੀ ਟੇਕ। ਇੱਥੇ ਜਨਮ ਦੇ ਵਿੱਚ, ਇਸ ਸੰਸਾਰ ਵਿੱਚ ਵੀ ਸ਼ਬਦ ਕੰਮ ਦਿੰਦੇ ਨੇ, ਅਗਲੇ ਸੰਸਾਰ ਵਿੱਚ ਵੀ ਕੰਮ ਦਿੰਦੇ ਨੇ। ਪਰ ਇਹ ਅਖਰੀ ਗਿਆਨ ਇੱਕ ਬਾਹਰਲਾ ਗਿਆਨ ਹੈ। ਇਹਨੂੰ ਕਮਾਉਂਦਿਆਂ ਕਮਾਉਂਦਿਆਂ, ਇਸ ਨੂੰ ਜਪਦਿਆਂ ਜਪਦਿਆਂ, ਬਾਹਰਲੇ ਗਿਆਨ ਨੂੰ, ਸ਼ਬਦ ਨੂੰ ਜਪਦਿਆਂ ਜਪਦਿਆਂ, ਇੱਕ ਦਿਨ ਬੰਦੇ ਦੇ ਅੰਦਰਲਾ ਗਿਆਨ, ਅੰਦਰਲਾ ਸ਼ਬਦ ਖੁੱਲ ਜਾਂਦਾ ਹੈ। ਜਦੋਂ ਉਹ ਖੁੱਲ ਜਾਂਦਾ ਫਿਰ ਸਾਰਾ ਬ੍ਰਹਿਮੰਡ ਗਿਆਨ ਦਾ ਭਰਿਆ ਹੋਇਆ ਹੈ। ਉਹ ਪੰਡਤ ਨਹੀਂ ਫਿਰ ਰਿਹਾ। ਪੰਡਤ ਤੇ ਚਿੰਤਾ ਵਿੱਚ ਰਹਿੰਦਾ ਕਿ ਮੇਰਾ ਗਿਆਨ ਨਾ ਕਿਤੇ ਛੋਟਾ ਹੋ ਜਾਏ। ਪੰਡਤ ਰੋਵੇ ਗਿਆਨ ਗਵਾਏ, ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ, ਜਿਹਦੇ ਵਿੱਚ ਸਾਰੇ ਗਿਣੇ ਹੋਏ ਨੇ, ਰਿਸ਼ੀ ਮੁਨੀ, ਰਾਮ ਵੀ, ਰਾਵਣ ਵੀ, ਸਾਰੇ। ਉਹਦੇ ਵਿੱਚ ਇੱਕ ਪੰਕਤੀ ਇਹ ਵੀ ਕਹਿ ਦਿੱਤੀ ਕਿ ਪੰਡਤ ਵੀ ਰੋ ਰਿਹਾ ਹੈ। ਉਹ ਕਿਉਂ ਰੋਂਦਾ ਹੈ? ਪੰਡਤ ਤਾਂ ਰੋ ਰਿਹਾ ਹੈ ਕਿ ਜਿਹੜੇ ਅੱਖਰ ਸਿੱਖੇ ਸਨ, ਬੜੀ ਮੁਸ਼ਕਲ ਨਾਲ ਉਹ ਅੱਖਰ ਜਿਹੜੇ ਨੇ ਉਹਨਾਂ ਦਾ ਜੋੜ ਤੋੜ ਲਾਇਆ ਸੀ ਤੇ ਕਿਤੇ ਗੱਲ ਬਣੀ ਸੀ, ਤੇ ਹੁਣ ਕੋਈ ਉਹਨਾਂ ਤੋਂ ਅਗਲੇ ਅੱਖਰਾਂ ਵਾਲਾ ਆ ਗਿਆ, ਉਹ ਛੋਟੇ ਰਹਿ ਗਏ ਨੇ। ਇਸ ਲਈ ਉਹ ਵੀ ਰੋ ਰਿਹਾ ਹੈ। ਉਹਨੂੰ ਡਰ ਹੈ ਕਿ ਕਿਤੇ ਗਿਆਨ ਛੋਟਾ ਨਾ ਰਹਿ ਜਾਏ। ਇੱਕ ਗਿਆਨ ਐਸਾ ਜਿਹੜਾ ਕਬੀਰ ਸਾਹਿਬ ਕੋਲ ਆਇਆ, ਜਿਹੜਾ ਬਾਬਾ ਬੁੱਢਾ ਜੀ ਕੋਲ ਆਇਆ, ਭਾਈ ਗੁਰਦਾਸ ਜੀ ਕੋਲ ਆਇਆ, ਉਹ ਗਿਆਨ ਕਦੀ ਛੋਟਾ ਨਹੀਂ ਹੁੰਦਾ। ਉਸ ਨੂੰ ਕਹਿ ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਵਾਈਐ, ਬਾਬਾ ਮਨ ਮਤ ਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਾ, ਐਨਿਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਿਆ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਅੱਜ ਦੇ ਇਸ 16 ਨੰਬਰ ਸ਼ਲੋਕ ਦੇ ਵਿੱਚ ਬਚਨ ਕਹਿ ਰਹੇ ਨੇ, ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ। ਆਨ ਕਹਿੰਦੇ ਨੇ ਦੂਜੇ। ਐਸਾ ਗਿਆਨਵਾਨ ਪੁਰਸ਼ ਕਿਸੇ ਨੂੰ ਭੈ ਨਹੀਂ ਦਿੰਦਾ ਔਰ ਕਿਸੇ ਤੋਂ ਭੈ ਮੰਨਦਾ ਵੀ ਨਹੀਂ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਐਸਾ ਪੁਰਸ਼ ਗਿਆਨਵਾਨ ਹੈ, ਉਹਦੇ ਕੋਲ ਗਿਆਨ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਸ਼ਬਦਾਂ ਦੇ ਵਿੱਚ ਇਹ ਬਖਸ਼ਾਂ ਕਰ ਰਹੇ ਨੇ। ਹਜ਼ੂਰ ਕਿਰਪਾ ਕਰਨ, ਇਹ ਉਪਦੇਸ਼ ਸਾਡੇ ਜੀਵਨ ਵਿੱਚ ਵਸਣ, ਜੀਵਨ ਸਫਲਾ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।